ਕੈਨ ਯੂ ਬੀ ਐਕਚੁਅਲੀ ਰੋਮਾਂਟਿਕ ਪਾਰਟਨਰਸ ਜਿਹੜੇ ਆ ਉਹ ਬੈਸਟ ਫਰੈਂਡਸ ਹੋ ਸਕਦੇ ਜਾਂ ਹਸਬੈਂਡ ਵਾਈਫ ਹੀ ਠੀਕ ਆ ਭਾਈ, ਇੱਥੋਂ ਤੱਕ ਹੀ ਠੀਕ ਹੈ? 69% of concerns in a marriage are unresolvable. ਜੇ ਹਸਬੈਂਡ ਜਾਂ ਵਾਈਫ ਜਾਂ ਰੋਮਾਂਟਿਕ ਪਾਰਟਨਰਸ ਜਿਹੜੇ ਨੇ ਉਹ बेस्ट फ्रेंड्स होंगे ਉਹਦੇ कुछ डाउनफॉल्स भी है? बिल्कुल कर दें, कहाँ हम खत्म हो रहे हैं, हमारा पार्टनर स्टार्ट हो रहा है, हमें पता ही नहीं चल रहा। हाँ, इतने अपनी फ्यूज्ड हैं हम, हाँ, इतने फ्यूज्ड हो गए हम, राइट? सो दैट्स अनदर। ਉਹ ਇਹ ਕਿ ਜਿਹੜੀਆਂ ਫੀਮੇਲਸ ਹੈ ਉਹ ਆਪਣੇ ਹਸਬੈਂਡ ਤੋਂ ਸਾਰੇ ਰੋਲਸ ਚਾਹੁੰਦੀਆਂ, ਜਿਵੇਂ ਉਹ ਫਾਦਰਲੀ ਫਿਗਰ ਵੀ ਹੋਵੇ, ਉਹ ਫਰੈਂਡ ਵੀ ਹੋਵੇ, ਘਰ ਦੇ ਵਿੱਚ ਜੇ ਕੋਈ ਫਿਕਸ ਕਰਨ ਵਾਲਾ ਹੈ ਤੇ ਉਹ ਵੀ ਹੋਵੇ। ਐਟ ਦ ਸੇਮ ਟਾਈਮ ਹਸਬੈਂਡ ਜਿਹੜੇ ਆ ਉਹ ਆਪਣੀ ਵਾਈਫ ਦੇ ਵਿੱਚ ਮਦਰਲੀ ਫਿਗਰ ਵੀ ਲੱਭ ਰਹੇ ਹੁੰਦੇ ਆ। ਸੋ ਇਹ ओवर एक्सपेक्टेशंस है और अनरियलिस्टिक एक्सपेक्टेशन, जैसे आपने कहा, कई बार हम वो बहुत ज़्यादा पुट कर देते हैं, जैसे आपने सवाल पूछा। ਤੇ ਤੁਹਾਡੇ ਕੋਲ ਆਪੋਜ਼ਿਟ ਜੈਂਡਰ ਦੇ ਹੋਰ ਫਰੈਂਡਸ ਬਾਹਰ ਹੈਗੇ ਨੇ ਤੇ ਫਿਰ ਇਹ ਐਕਸਪੈਕਟੇਸ਼ਨ ਕਿ ਅਸੀਂ ਆਪਸ ਵਿੱਚ ਫਰੈਂਡਸ ਆ, ਤੈਨੂੰ ਹੋਰ ਫਰੈਂਡਸ ਦੀ ਕੀ ਲੋੜ ਹੈ, ਜਾਂ ਇਹਨੂੰ ਸ਼ੱਕ ਦੀ ਨਿਗਾਹ ਨਾਲ ਕਈ ਵਾਰੀ ਪਾਰਟਨਰ ਜਿਹੜਾ ਉਹ ਦੇਖਣ ਲੱਗ ਜਾਂਦਾ ਕਿ ਲੈ ਤੂੰ ਆਪਣੇ ਹੁਣ ਉਸ ਫਰੈਂਡ ਨੂੰ ਕੀ ਕਰਨ ਜਾਣਾ ਮਿਲਣ। ये बताना पार्टनर को कि भाई तुम जैसे फील कर रहे हो ये ठीक भी है, ये नहीं कि ऐसा क्यों फील कर रहे हो, तुम्हें ऐसा क्यों महसूस करना चाहिए, ऐसा तो कुछ बात ही नहीं हुई। तो हम एकदम से मना कर रहे हैं कि भाई जैसे तुम्हें महसूस हो रहा है वो गलत है। ਜਿਹੜੇ ਜੋੜੇ ਨੇ, ਕਪਲਸ ਨੇ, ਉਹਨਾਂ ਨੂੰ ਮਿਡਲ ਗਰਾਊਂਡ ਫਿਰ ਕਿਵੇਂ, ਮਤਲਬ ਉਹਨਾਂ ਦਾ ਇੰਟੀਮੇਟ ਪਾਰਟਨਰ ਰਿਲੇਸ਼ਨਸ਼ਿਪ ਵੀ ਸੋਹਣਾ ਚੱਲੇ ਤੇ ਬਤੌਰ ਫਰੈਂਡਸ ਵੀ ਤੁਸੀਂ ਇੱਕ ਦੂਜੇ ਨਾਲ ਸ਼ੇਅਰਿੰਗ ਕਰ ਸਕੋ। रिसर्च शोज कि जो कपल्स आपस में हंस सकते हैं साथ में, अपनी बेवकूफ़ियों पे, मूर्खताओं पे हम हंस सकते हैं, अपनी गलतियों पे हम हंस सकते हैं, एक दूसरे की गलतियों पे हंस सकते हैं। दे स्टे टुगेदर फॉर सही गल, बजाय कि उन्हें ईगो इशू समझा जाए, मेरा मजाक उड़ा दो। बिल्कुल, कपल्स जो अपनी मेमोरीज साथ में बनाते हैं, दे गो अ लॉन्ग वे। ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਕਪਲਸ ਕੀ ਆਪਸ में बेस्ट फ्रेंड्स हो सकते हैं। सो व्हेन इट कम्स टू इंटीमेट पार्टनर रिलेशनशिप और अ रोमांटिक रिलेशनशिप, की हस्बैंड या वाइफ ये आपस में बेस्ट फ्रेंड्स हो सकते हैं? ਕਈਆਂ ਨੂੰ ਅਸੀਂ ਸੁਣਿਆ ਹੈ ਕਿ ਮੈਨੂੰ ਕਿਸੇ ਹੋਰ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਮੇਰੇ ਹਸਬੈਂਡ ਹੀ ਮੇਰੇ ਬੈਸਟ ਫਰੈਂਡ ਹੈ, ਕਿਉਂਕਿ ਮੇਰੇ ਵਾਈਫ ਹੀ ਮੇਰੇ ਇੰਨੇ ਚੰਗੇ ਫਰੈਂਡ ਨੇ। ਇਹ ਗੱਲ ਸੁਣਨਾ ਬੜਾ ਚੰਗਾ ਲੱਗਦਾ ਹੈ, ਪਰ ਕੀ ਅਸਲ ਦੇ ਵਿੱਚ ਹਰ ਇੱਕ ਕਪਲ ਇੱਕ ਦੂਜੇ ਦੇ ਨਾਲ ਬੈਸਟ ਫਰੈਂਡਸ ਹੋ ਸਕਦੇ ਨੇ, ਜਾਂ ਸਾਨੂੰ ਹੋਰ ਲੋਕਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਲੋੜ ਮਹਿਸੂਸ ਹੁੰਦੀ ਹੈ? ਇਸੇ ਹੀ ਰਿਲੇਟਡ ਅੱਜ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਗਾਇਤਰੀ ਕੈਂਥ ਜਿਹੜੇ ਕਿ ਆਪ ਰਜਿਸਟਰਡ ਸਾਈਕੋਲੋਜਿਸਟ ਨੇ ਸ਼ਾਮਲ ਹੋਣ ਜਾ ਰਹੇ ਨੇ। ਇਹ ਸੈਨਾ ਐਂਡ ਕੈਲਗਰੀ ਕਪਲਸ ਕਾਉਂਸਲਿੰਗ ਸੈਂਟਰ ਦੇ ਨਾਲ ਸਰਵਿਸਿਜ਼ ਦਿੰਦੇ ਨੇ। ਸੋ ਗਾਇਤਰੀ ਇਜ਼ ਵਿਦ ਅਸ। ਗਾਇਤਰੀ, ਵੈਲਕਮ, ਗੁੱਡ ਆਫਟਰਨੂਨ। थैंक यू गुरप्रीत। बस थैंक यू फॉर द इनविटेशन। आज का टॉपिक काफ़ी इंटरेस्टिंग है, देखते हैं क्या बातचीत होती है। हाँ, और ये टाइम स्पेशली व्हेन इट कम्स टू हॉलीडे सीजन, यू सी लॉट्स ऑफ कपल्स मिंगलिंग विद ईच अदर, ਪਾਰਟੀਜ਼ 'ਤੇ ਜਾਂਦੇ ਆ ਜਦੋਂ ਉਹ ਬਹੁਤ ਹੀ ਪਿਆਰੇ ਲੱਗਦੇ ਆ ਇਕੱਠੇ ਐਂਟਰ ਕਰਦਿਆਂ ਹੋਇਆਂ ਐਂਡ ਡੈਂਸਿੰਗ ਟੂਗੈਦਰ। ਅਦਰ ਪੀਪਲ ਸੀ ਕਿ ਵਾਓ ਇਹ ਹੁੰਦੇ ਆ ਕਪਲ ਗੋਲਸ, ਤੇ ਮੇ ਬੀ ਉਹਨਾਂ ਦੇ ਮਨ 'ਚ ਆਉਂਦਾ ਹੋਵੇ ਕਿ ਇਹ ਬੈਸਟ ਫਰੈਂਡਸ ਹੈਗੇ ਆ, ਪਰ ਇਹ ਹੁੰਦਾ ਕੀ ਹੈ? ਇਹ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕੈਨ ਯੂ ਬੀ ਐਕਚੁਅਲੀ ਰੋਮਾਂਟਿਕ ਪਾਰਟਨਰਸ ਜਿਹੜੇ ਆ ਉਹ ਬੈਸਟ ਫਰੈਂਡਸ ਹੋ ਸਕਦੇ? ਆਨਸਰ ਜਿਹੜਾ ਹੈਗਾ ਬਹੁਤ ਕਲੀਅਰ ਨਹੀਂ ਹੈ, ਬਟ ਯੈਸ ਐਂਡ ਨੋ ਟੂ। ਜਦ ਅਸੀਂ ਕਪਲਸ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਇੱਕ ਆਪਣਾ ਰਿਲੇਸ਼ਨਸ਼ਿਪ ਆਪਟੀਮਲ ਚਾਹੀਦਾ ਹੈ, ਬੈਸਟ ਰਿਲੇਸ਼ਨਸ਼ਿਪ ਚਾਹੀਦਾ, ਤਾਂ ਉਹਦੀ ਸਟਾਰਟ ਹੈ, ਉਹਦੀ ਸ਼ੁਰੂਆਤ ਜਿਹੜੀ ਹੈ ਉਹ ਇੱਕ ਗਹਿਰੀ ਦੋਸਤੀ ਦੇ ਨਾਲ ਹੁੰਦੀ ਹੈ। ਤੁਸੀਂ ਕਿੰਨੇ ਅੱਛੀ ਤਰ੍ਹਾਂ ਆਪਣੇ ਪਾਰਟਨਰ ਨੂੰ ਜਾਣਦੇ ਹੋ, ਰਾਈਟ? ਤਾਂ ਕਈ ਲੋਕੀ ਕਹਿੰਦੇ ਹੈ ਕਿ ਨਹੀਂ, ਇਹ ਨਹੀਂ ਵੀ ਠੀਕ ਹੈ, ਕਿਉਂਕਿ ਇੱਕ ਹੀ ਪਰਸਨ ਦੇ ਉੱਤੇ ਆਪਣੀ ਸਾਰੀ ਤਰ੍ਹਾਂ ਦੀ ਇਮੋਸ਼ਨਲ ਨੀਡਸ, ਫਿਜ਼ੀਕਲ ਨੀਡ, ਹਰ ਤਰ੍ਹਾਂ ਦੀ ਨੀਡ ਇੱਕ ਹੀ ਪਰਸਨ 'ਤੇ ਪਾਉਣੀ ਆ, ਉਹ ਵੀ ਠੀਕ ਨਹੀਂ ਨੇ। ਹੁਣ ਮਾਡਰਨ ਰਿਲੇਸ਼ਨਸ਼ਿਪ 'ਚ ਜੇ ਅਸੀਂ ਦੇਖੀਏ, ਹੁਣ ਯੰਗ ਬੱਚੇ ਹੈ, ਯੂਨੀਵਰਸਿਟੀ ਗਏ, ਕਈ ਟ੍ਰੈਂਡ ਸ਼ਿਫਟ ਹੋ ਗਿਆ ਹੈ ਕਿ ਪਹਿਲਾਂ ਉਹ ਰੋਮਾਂਟਿਕਲੀ ਹੀ ਉਹ ਫਰੈਂਡਸ ਹੀ ਹੁੰਦੇ ਨੇ, ਔਰ ਗ੍ਰੈਜੂਅਲੀ ਜਿਸ ਤਰ੍ਹਾਂ ਉਹ ਇੱਕ ਦੂਜੇ ਬਾਰੇ ਲਰਨ ਕਰਦੇ ਨੇ ਉਹ ਇਨਵੋਲਵ ਹੁੰਦੇ ਨੇ ਰੋਮਾਂਟਿਕਲੀ। ਤਾਂ ਦੋਨੋਂ ਹੀ ਜਿਹੜੇ ਸਿਰੇ ਹੈਗੇ ਠੀਕ ਨੇ ਇੱਕ ਤਰ੍ਹਾਂ ਦੇ ਨਾਲ, ਕਿ ਜਿਹੜੇ ਉਹ ਕਹਿੰਦੇ ਨੇ ਕਿ ਬਈ ਨਹੀਂ, ਸਾਨੂੰ ਆਪਣਾ ਰੋਮਾਂਟਿਕ ਪਾਰਟਨਰ ਹੀ ਚਾਹੀਦਾ ਹੈ, ਪਰ ਸਾਨੂੰ ਹੋਰ ਸਪੋਰਟ ਸਿਸਟਮ ਵੀ ਚਾਹੀਦਾ ਹੈ। ਉਹ ਵੀ ਇੱਕ ਐਸਪੈਕਟ ਹੈ ਜਿਹਦੇ ਕੁਛ ਐਡਵਾਂਟੇਜਿਸ ਵੀ ਨੇ ਅਤੇ ਡਿਸਐਡਵਾਂਟੇਜਿਸ ਵੀ ਨੇ। ਤਾਂ ਉਹੀ ਸੇਮ ਉੱਦਾਂ ਹੈ ਕਿ ਜੇ ਤੁਹਾਡਾ ਪਾਰਟਨਰ ਹੀ ਬੈਸਟ ਫਰੈਂਡ ਹੈ, ਉਹਦਾ ਵੀ ਸੇਮ ਇਹੀ ਹੈ ਕਿ ਕੁਛ ਐਡਵਾਂਟੇਜਿਸ ਹੈ ਅਤੇ ਕੁਛ ਡਿਸਐਡਵਾਂਟੇਜਿਸ ਹੈ।
ਆਈ ਥਿੰਕ ਕਈ ਵਾਰੀ ਬਾਈ ਡਿਫਾਲਟ ਹੀ ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਕਿ ਜਿਹੜੇ ਵਿਆਹੇ ਹੋਏ ਨੇ ਆਦਮੀ ਔਰਤ ਆਪਸ ਵਿੱਚ ਉਹ ਫਰੈਂਡਸ ਹੁੰਦੇ ਆ, ਉਹਦੀਆਂ ਸਾਰੀਆਂ ਨੀਡਸ ਰਿਲੇਸ਼ਨਸ਼ਿਪਸ ਦੀਆਂ ਜਿੰਨੀਆਂ ਵੀ ਨੇ ਜਿਹੜੀਆਂ ਹੋਰਨਾਂ ਤੋਂ ਐਕਸਪੈਕਟਡ ਹੈ, ਹੁਣ ਹੋਰਨਾਂ ਤੋਂ ਕਿਤੋਂ ਵੀ ਆਸ ਰੱਖਣ ਦੀ ਲੋੜ ਨਹੀਂ, ਆਪਸ ਵਿੱਚ ਇੱਕ ਦੂਜੇ ਦੀਆਂ ਪੂਰੀਆਂ ਹੋ ਹੀ ਜਾਂਦੀਆਂ। ਹੋ ਸਕਦੀਆਂ ਨੇ, ਪਰ ਉਹ ਅਸੀਂ ਕਿਸ ਤਰ੍ਹਾਂ ਉਹਨੂੰ ਅੱਗੇ ਵਧਾਉਂਦੇ। ਹੁਣ ਫਰੈਂਡਸ਼ਿਪ ਕੀ ਹੈ? ਹਾਂ, ਕੀ ਹੈ? ਫਰੈਂਡਸ਼ਿਪ ਹੋ ਗਈ ਕਿ ਅਸੀਂ ਖੁਸ਼ ਫੀਲ ਕਰੀਏ ਆਪਣੇ ਫਰੈਂਡਸ ਦੇ ਨਾਲ, ਅਸੀਂ ਹਿਊਮਰ ਸ਼ੇਅਰ ਕਰੀਏ, ਅਸੀਂ ਕੰਪੈਨੀਅਨਸ਼ਿਪ ਸ਼ੇਅਰ ਕਰੀਏ, ਇੱਕ ਟਰਸਟ ਹੈ ਫਰੈਂਡਸ਼ਿਪ ਦੇ ਵਿੱਚ, ਇੱਕ ਇਮੋਸ਼ਨਲ ਸੇਫਟੀ ਹੈ ਉਹਦੇ ਵਿੱਚ, ਇੱਕ ਕਮਿਊਨੀਕੇਸ਼ਨ ਦੀ ਈਜ਼ ਹੈ। ਇਹ ਸਾਰੀਆਂ ਚੀਜ਼ਾਂ ਰਿਲੇਸ਼ਨਸ਼ਿਪ 'ਚ ਵੀ ਨੇ, ਹੈ ਨਾ। ਤੇ ਜਦ ਅਸੀਂ ਥੋੜ੍ਹੇ ਕੀ ਡਿਫਰੈਂਸਿਸ ਹੋ ਗਏ ਰਿਲੇਸ਼ਨਸ਼ਿਪ ਦੇ ਵਿੱਚ ਤੇ ਫਰੈਂਡਸ਼ਿਪ ਦੇ ਵਿੱਚ, ਕਿ ਜਿਹੜੀ ਰੋਮਾਂਟਿਕ ਰਿਲੇਸ਼ਨਸ਼ਿਪ ਹੈ ਓਬਵੀਅਸਲੀ ਉਹਦੇ ਵਿੱਚ ਪੈਸ਼ਨ ਤੇ ਅਟਰੈਕਸ਼ਨ ਹੈ, ਉਹ ਡੀਪਰ ਇਮੋਸ਼ਨਲ ਇਨਵੋਲਵਮੈਂਟ ਹੈ। ਤੇ ਜਿਹੜੀ ਫਰੈਂਡਸ਼ਿਪ ਹੈ ਉਹਨੂੰ ਆਪਾਂ ਮੋਰ ਕਹਿ ਦਿੰਦੇ ਨੇ ਪਲੈਟੋਨਿਕ ਹੈ। ਪਲੈਟੋਨਿਕ ਦਾ ਮਤਲਬ ਸ਼ੇਅਰਡ ਇੰਟਰਸਟ, ਮਿਊਚੁਅਲ ਇੰਟਰਸਟ ਦੇ ਉੱਪਰ ਡਿਪੈਂਡੈਂਟ ਹੈ, ਰਿਸਪੈਕਟ, ਰਾਈਟ। ਜੇ ਅਸੀਂ ਪੈਸ਼ਨ ਇੰਟੀਮੇਸੀ ਦੀ ਗੱਲ ਕਰੀਏ ਤਾਂ ਇੱਕ ਹੋਰ ਚੀਜ਼ ਡਿਫਰੈਂਸ਼ੀਏਟ ਕਰਦੀ ਹੈ ਰੋਮਾਂਟਿਕ ਰਿਲੇਸ਼ਨਸ਼ਿਪ ਔਰ ਫਰੈਂਡਸ਼ਿਪ ਨੂੰ, ਫਿਜ਼ੀਕਲ ਇੰਟੀਮੇਸੀ, ਰਾਈਟ। ਕਿ ਆਪਾਂ ਪੈਸ਼ਨੇਟਲੀ ਫਿਜ਼ੀਕਲ ਇੰਟੀਮੇਸੀ 'ਚ ਹੈ, ਇਮੋਸ਼ਨਲ ਵੀ ਹੈ ਉਹਦੇ 'ਚ। ਫਰੈਂਡਸ਼ਿਪ 'ਚ ਕੀ ਹੈ ਕਿ ਮੋਸਟਲੀ ਆਪਾਂ ਰਿਵੋਲਵ ਕਰਦੇ ਨੇ ਇਮੋਸ਼ਨਲ ਇੰਟੀਮੇਸੀ ਦੇ ਵੱਲ, ਬਟ ਯੈਸ ਉਹਦੇ 'ਚ ਵੀ ਕਈ ਡਿਫਰੈਂਸਿਸ ਹੈ। ਫਰੈਂਡਸ ਵਿਦ ਬੈਨੀਫਿਟਸ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਉਹ ਡਿਫਰੈਂਸ਼ੀਏਸ਼ਨ ਕਈ ਬਲਰ ਜਿਹੀ ਹੋ ਜਾਂਦੀ ਹੈ ਉੱਥੇ। ਐਕਸਕਲੂਸਿਵਿਟੀ ਐਂਡ ਕਮਿਟਮੈਂਟ, ਜਦ ਆਪਾਂ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਰੋਮਾਂਟਿਕ ਦੀ, ਉਹਦੇ 'ਚ ਅਸੀਂ ਕਹਿੰਦੇ ਹਾਂ ਕਿ ਅਸੀਂ ਐਕਸਕਲੂਸਿਵ ਕਪਲ ਹੈਗੇ ਟੂਗੈਦਰ, ਸਾਡੀ ਕਮਿਟਮੈਂਟ ਹੈ। ਔਰ ਆਪਾਂ ਯੂਜੂਅਲੀ ਲੌਂਗ ਟਰਮ ਕਮਿਟਮੈਂਟ ਦੀ ਗੱਲ ਕਰਦੇ ਹਾਂ, ਮੋਨੋਗੇਮੀ ਦੀ ਗੱਲ ਕਰਦੇ ਹਾਂ ਕਿ ਆਪਾਂ ਇੱਕੋ ਪਾਰਟਨਰ ਦੇ ਨਾਲ ਰਹਿਣਾ ਹੈ। ਬਟ ਇਹ ਕਮਿਟਮੈਂਟ ਇਜ਼ ਸਿਮਿਲਰ ਇਨ ਫਰੈਂਡਸ਼ਿਪ ਟੂ, ਲੇਕਿਨ ਉਹਦੇ 'ਚ ਇਹ ਨਹੀਂ ਹੈ ਕਿ ਮਤਲਬ ਲੌਂਗ ਟਰਮ ਚਾਹੀਦੀ ਹੈ, ਰਾਈਟ। ਫਲੈਕਸੀਬਿਲਿਟੀ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਇੰਨੀ ਨਹੀਂ ਹੁੰਦੀ, ਜੇ ਤੁਸੀਂ ਹੋ ਨਾਲ ਤਾਂ ਤੁਹਾਨੂੰ ਸਾਰੇ ਨੀਡਸ ਫੁਲਫਿਲ ਕਰਨੀਆਂ ਹੀ ਹੈ, ਲੇਕਿਨ ਫਲੈਕਸੀਬਿਲਿਟੀ ਉਹਦੇ 'ਚ ਫਰੈਂਡਸ਼ਿਪ 'ਚ ਕਾਫੀ ਰਹਿੰਦੀ ਹੈ ਕਿ ਤੁਸੀਂ ਇਟਸ ਲਾਈਕ ਐਨ ਇਲਾਸਟਿਕ, ਆਪਣੀ ਨੀਡਸ ਦੇ ਹਿਸਾਬ ਨਾਲ ਤੁਸੀਂ ਘੱਟ ਮਿਲਣਾ, ਜ਼ਿਆਦਾ ਇਨਵੋਲਵ ਹੋਣਾ, ਤੁਸੀਂ ਸਭ ਕੁਝ ਕਰ ਸਕਦੇ ਹੋ। ਬਟ ਉਹ ਫਲੈਕਸੀਬਿਲਿਟੀ ਸਾਨੂੰ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਮਿਲਦੀ। ਤੇ ਜਿਹੜਾ ਲਾਸਟ ਪੁਆਇੰਟ ਹੋ ਗਿਆ ਉਹ ਹੈ ਕੌਨਫਲਿਕਟ ਰੈਜ਼ੋਲਿਊਸ਼ਨ। ਕੌਨਫਲਿਕਟ ਰੈਜ਼ੋਲਿਊਸ਼ਨ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਕਰਨਾ ਕਾਫੀ ਮੁਸ਼ਕਿਲ ਹੈ, ਕਿਉਂਕਿ ਕਿੰਨੇ ਫੈਕਟਰਸ ਇਨਵੋਲਵਡ ਹੈ, ਫੈਮਲੀਜ਼ ਇਨਵੋਲਵਡ ਨੇ, ਅਸੀਂ ਇਨਵੋਲਵਡ ਨੇ, ਬੱਚੇ ਇਨਵੋਲਵਡ ਨੇ, ਬਹੁਤ ਸਾਰੇ ਹੋਰ ਐਕਸਟੈਂਡਡ ਫੈਮਿਲੀ ਇਨਵੋਲਵਡ ਹੈ, ਵੈਲਿਊਜ਼, ਹਮਾਰੇ ਇਮੋਸ਼ਨਸ ਬਹੁਤ ਜ਼ਿਆਦਾ ਅਟੈਚਡ ਹੈ। ਲੇਕਿਨ ਉਹ ਕੌਨਫਲਿਕਟ ਰੈਜ਼ੋਲਿਊਸ਼ਨ ਆਪਣੀ ਫਰੈਂਡਸ਼ਿਪ 'ਚ ਕਿਉਂਕਿ ਇੰਨੇ ਕੰਪਲਿਕੇਟਿਡ ਨਹੀਂ ਹੈ, ਅਸੀਂ ਰਹਿ ਤਾਂ ਨਹੀਂ ਰਹੇ ਉਹਨਾਂ ਦੇ ਨਾਲ, ਤਾਂ ਉਹ ਇੱਕ ਕਰਨਾ ਈਜ਼ੀ ਹੋ ਜਾਂਦਾ ਹੈ। ਹਾਈ ਕੌਨਫਲਿਕਟ ਹੋਣਾ ਬਹੁਤ ਲੈਸ ਹੁੰਦਾ ਹੈ ਫਰੈਂਡਸ਼ਿਪ ਦੇ ਵਿੱਚ। ਤਾਂ ਇਹ ਥੋੜ੍ਹੇ ਜਿਹੇ ਆਪਾਂ ਡਿਫਰੈਂਸਿਸ ਦੇਖਦੇ ਹਾਂ ਰੋਮਾਂਟਿਕ ਰਿਲੇਸ਼ਨਸ਼ਿਪ ਤੇ ਫਰੈਂਡਸ਼ਿਪ 'ਚ। ਜੀ, ਐਕਸਪੈਕਟੇਸ਼ਨਸ ਮੈਨੂੰ ਲੱਗਦਾ ਕਿ ਫਰੈਂਡਸ਼ਿਪਸ ਦੇ ਵਿੱਚ ਇੰਨੀਆਂ ਹੁੰਦੀਆਂ ਨਹੀਂ, ਕਿਉਂਕਿ ਅਸੀਂ ਐਜ਼ ਫੈਮਿਲੀ ਵੀ ਬਾਉਂਡ ਹੋ ਜਾਂਦੇ ਹਾਂ। ਜਦੋਂ ਰੋਮਾਂਟਿਕ ਕਪਲ ਹੈ ਉਸ ਰਿਲੇਸ਼ਨਸ਼ਿਪ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਜ਼ਿੰਮੇਵਾਰੀਆਂ ਹੋਰ ਬੜੀਆਂ ਨੇ, ਤੇ ਇਸ ਕਰਕੇ ਵੀ ਅਸੀਂ ਉਹ ਉਮੀਦਾਂ ਤੋਂ ਬਿਨਾਂ ਰਹਿ ਹੀ ਨਹੀਂ ਪਾਉਂਦੇ, ਰਾਈਟ। ਬਿਲਕੁਲ, ਉਹ ਓਨਾ ਹੀ ਕੰਪਲਿਕੇਟ ਹੁੰਦਾ ਜਾਂਦਾ, ਰਾਈਟ। ਤਾਂ ਜੇ ਕਪਲ ਕਹਿ ਲਓ 10 ਸਾਲ ਦੇ ਨਾਲ ਇੱਕ ਨਾਲ ਹੈਗਾ, 12 ਦੇ ਨਾਲ ਹੈ, ਕਿੰਨੇ ਸਾਲ ਨਿਕਲ ਗਏ, ਕਿੰਨੀ ਸਿਚੁਏਸ਼ਨਸ ਨਿਕਲੀਆਂ, ਕਿੰਨੇ ਐਸੇ ਸਰਕਮਸਟੈਂਸਿਸ ਆਏ ਹੋਣਗੇ ਜਦ ਆਪਾਂ ਲੈਟ ਡਾਊਨ ਫੀਲ ਕੀਤਾ ਹੋਏਗਾ ਜਾਂ ਐਂਗਰੀ ਫੀਲ ਕੀਤਾ ਹੋਏਗਾ, ਇਮੋਸ਼ਨਲੀ ਚਾਰਜਡ ਇਮੋਸ਼ਨਸ ਰਹੀਆਂ ਹੋਣੀਆਂ, ਤਾਂ ਉਹ ਸਾਰਾ ਐਡ ਕਰਦਾ ਹੈ। ਇੱਕ ਨਾ ਰਿਸਰਚ ਕੀਤੀ ਗਈ, ਉਹਨਾਂ ਨੇ ਇਹ ਪੁੱਛਿਆ ਕਪਲਸ ਨੂੰ ਕਿ ਕੀ ਤੁਹਾਡੇ ਪਾਰਟਨਰ ਤੁਹਾਡੇ ਬੈਸਟ ਫਰੈਂਡ ਹੈ। ਬਹੁਤ ਲੋਕਾਂ ਨੂੰ ਇਹਦੇ ਬਾਰੇ ਆਨਸਰ ਦੇਣ ਨੂੰ ਟਾਈਮ ਹੀ ਬੜਾ ਲੱਗਿਆ। ਜਿਨ੍ਹਾਂ ਨੇ ਇੰਸਟੈਂਟਲੀ ਆਨਸਰ ਦਿੱਤਾ ਉਹ ਸਿਰਫ 14% ਸੀਗੇ। ਉਹਨਾਂ ਨੇ ਕਿਹਾ ਕਿ ਹਾਂ ਭਾਈ, ਸਾਡਾ ਪਾਰਟਨਰ ਜਿਹੜਾ ਆ ਉਹ ਸਾਡਾ ਬੈਸਟ ਫਰੈਂਡ ਵੀ ਹੈ। ਇਹਦਾ ਮਤਲਬ ਮੈਜੋਰਿਟੀ ਜਿਹੜੀ ਹੈ ਇੱਦਾਂ ਫੀਲ ਨਹੀਂ ਕਰਦੀ। ਮੈਜੋਰਿਟੀ ਨਹੀਂ ਇਹ ਫੀਲ ਕਰਦੀ, ਸਪੈਸ਼ਲੀ ਕਿਹੜੇ ਡੈਮੋਗ੍ਰਾਫਿਕ ਮਤਲਬ ਕਿਹੜੀ ਪੋਪੂਲੇਸ਼ਨ ਜ਼ਿਆਦਾ ਲਾਈਕਲੀ ਹੈ ਕਿ ਮੇਰਾ ਬੈਸਟ ਫਰੈਂਡ ਹੀ ਮੇਰਾ ਰੋਮਾਂਟਿਕ ਪਾਰਟਨਰ ਹੈ। ਰਿਸਰਚ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਅਰ ਇਨਕਮ 'ਚ ਪੋਪੂਲੇਸ਼ਨ ਹੈਗੀ, ਕਿਉਂਕਿ ਉਹਨਾਂ ਦਾ ਸੋਸ਼ਲ ਸਰਕਲ ਵੀ ਘੱਟ ਹੁੰਦਾ ਹੈ, ਤਾਂ ਇਟਸ ਈਜ਼ੀ ਟੂ ਰਿਲਾਈ ਔਨ ਯੋਰ ਪਾਰਟਨਰ ਆਪਣੀ ਨੀਡਸ ਫੁਲਫਿਲ ਕਰਨ ਦੇ ਲਈ। ਜਿਹੜੇ ਓਲਡਰ ਕਪਲਸ ਹੈਗੇ, ਹੁਣ ਏਜ ਦੇ ਨਾਲ ਓਲਡਰ ਹੋ ਗਏ ਆਪਾਂ, ਤਾਂ ਜਦ ਆਪਾਂ ਓਲਡ ਹੁੰਦੇ ਆ ਡਿਫਰੈਂਟ ਕਾਰਨ ਕਰਕੇ ਸਾਡਾ ਇੱਕ ਸੋਸ਼ਲ ਸਰਕਲ ਘੱਟ ਹੋ ਜਾਂਦਾ, ਤਾਂ ਉੱਥੇ ਵੀ ਉਹ ਪੋਪੂਲੇਸ਼ਨ ਵੀ ਜ਼ਿਆਦਾ ਆਪਣੇ ਰੋਮਾਂਟਿਕ ਪਾਰਟਨਰ ਨੂੰ ਹੀ ਆਪਣਾ ਫਰੈਂਡ ਸਮਝਦੀ ਹੈ। ਤੇ ਤੀਸਰਾ ਗਰੁੱਪ ਹੈਗਾ ਜਿਹੜਾ ਹਲੇ ਡੇਟ ਕਰ ਰਿਹਾ, ਡੇਟਿੰਗ ਕਪਲਸ, ਕਿਉਂਕਿ ਉਹ ਹਲੇ ਮੈਰਿਡ ਨਹੀਂ ਹੈਗੇ, ਤਾਂ ਉਹ ਆਪਣਾ
ਬੈਸਟ ਫਰੈਂਡ ਆਪਣੇ ਉਸੇ ਨੂੰ ਕਹਿੰਦੇ ਨੇ ਰੋਮਾਂਟਿਕ ਪਾਰਟਨਰ ਨੂੰ, ਮੋਸਟਲੀ ਰਿਸਰਚ ਵਿੱਚ ਕਿਹਾ। ਔਰ ਦੂਜਾ ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਜਦ ਕਪਲਸ ਡੇਟਿੰਗ ਕਰਦੇ ਨੇ ਜੀ ਤਾਂ ਉਹਨਾਂ ਦੀ ਫਰੈਂਡਸ਼ਿਪਸ ਜਿਹੜੀਆਂ ਹੈਗੀਆਂ, ਫਰੈਂਡਸ ਘੱਟ ਜਾਂਦੇ ਨੇ ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਆਪਣੀ ਫਰੈਂਡਸ਼ਿਪ ਇੱਕ ਦੂਜੇ ਵੱਲ ਡਿਵੈਲਪ ਕਰਨ ਹੁੰਦਾ। ਤਾਂ ਇਹ ਫੈਕਟਰ ਵੀ ਸਾਨੂੰ ਦੱਸਦਾ ਹੈ ਕਿ ਹਾਂ ਸ਼ਾਇਦ ਰੋਮਾਂਟਿਕ ਪਾਰਟਨਰ ਬੈਸਟ ਫਰੈਂਡ ਵੀ ਹੋ ਸਕਦੇ ਨੇ। ਹਾਂ ਜੇ ਹੁੰਦੇ ਆ ਤੇ ਠੀਕ ਹੈ, ਨਹੀਂ ਹੁੰਦੇ ਤਾਂ ਵੀ ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ ਹੈ, ਐਜ਼ ਲੌਂਗ ਐਜ਼ ਤੁਹਾਡਾ ਉਹ ਰੋਮਾਂਟਿਕ ਰਿਲੇਸ਼ਨਸ਼ਿਪ ਬਹੁਤ ਪਿਆਰਾ ਚੱਲਦਾ ਹੋਵੇ। ਗਾਇਤਰੀ ਜਿਹੜੇ ਕਿ ਕਾਉਂਸਲਰ ਨੇ, ਇਹ ਬਹੁਤ ਸੋਹਣੇ ਤਰੀਕੇ ਨਾਲ ਰਿਲੇਸ਼ਨਸ਼ਿਪਸ ਨੂੰ ਸਮਝਦੇ ਆ ਔਰ ਕਪਲਸ ਕਾਉਂਸਲਿੰਗ ਵੀ ਕਰਦੇ ਨੇ। ਇਸੇ ਕਰਕੇ ਹੀ ਮੈਨੂੰ ਲੱਗਦਾ ਕਿ ਅੱਜ ਅਸੀਂ ਇਸ ਵਿਸ਼ੇ ਦੇ ਸੰਬੰਧ 'ਚ ਇਹਨਾਂ ਕੋਲੋਂ ਜਾਣਨਾ ਚਾਹ ਰਹੇ ਹਾਂ ਕਿ ਕੀ ਜਿਹੜੇ ਕਪਲਸ ਨੇ ਉਹ ਆਪਸ ਵਿੱਚ ਬੈਸਟ ਫਰੈਂਡਸ ਹੋ ਸਕਦੇ ਆ ਜਾਂ ਇਹ ਮੰਨਿਆ ਹੀ ਜਾਂਦਾ। ਚਲੋ ਮੈਂ ਆਪਣੇ ਸੁਣਨ ਵਾਲਿਆਂ ਨੂੰ ਪੁੱਛਦੀ ਹਾਂ, ਸੋਚ ਕੇ ਜ਼ਰਾ ਆਪਣੇ ਬਾਰੇ ਦੱਸਿਓ ਕਿ ਕੀ ਤੁਸੀਂ ਆਪਣੇ ਪਾਰਟਨਰ ਦੇ ਨਾਲ ਬੈਸਟ ਫਰੈਂਡਸ ਹੋ ਜਾਂ ਹਸਬੈਂਡ ਵਾਈਫ ਹੀ ਠੀਕ ਆ ਭਾਈ, ਇੱਥੋਂ ਤੱਕ ਹੀ ਠੀਕ ਹੈ। ਯੈਸ, ਜੇ ਬੈਸਟ ਫਰੈਂਡ ਹੋ, ਜੇ ਫੀਲ ਕਰਦੇ ਹੋ ਕਿ ਹਾਂ ਭਾਈ ਅਸੀਂ ਬੈਸਟ ਫਰੈਂਡ ਨੇ, ਕਦੇ ਬੋਲ ਕੇ ਥੋੜ੍ਹੀ ਦੱਸਿਆ ਜਾਂਦਾ ਹੈ ਕਿ ਲੈ ਬਈ ਅੱਜ ਫਰੈਂਡਸ਼ਿਪ ਡੇ ਹੈ ਤੇਰੇ ਲਈ ਲੈ ਆਏ। ਅਤੇ ਦੂਸਰੀ ਆਪਸ਼ਨ ਹੈ ਨੋ, ਅਸੀਂ ਬੈਸਟ ਫਰੈਂਡਸ ਨਹੀਂ ਹੈਗੇ, ਅਸੀਂ ਹਸਬੈਂਡ ਵਾਈਫ ਹੀ ਹਾਂ। ਸੋ ਤੁਸੀਂ ਦੱਸਿਓ ਆਪਣੇ ਰਿਲੇਸ਼ਨਸ਼ਿਪ ਨੂੰ ਸਮਝਦਿਆਂ ਹੋਇਆਂ ਕੀ ਫੀਲ ਕਰਦੇ ਹੋ ਇੱਕ ਦੂਜੇ ਬਾਰੇ। ਮੇਰੇ ਕੋਲ 2 ਮੈਸੇਜਸ ਆਏ ਔਰ ਦੋਹਾਂ ਨੇ ਕਿਹਾ ਕਿ ਯੈਸ ਉਹ ਆਪਣੇ ਪਾਰਟਨਰ ਨੂੰ ਫੀਲ ਕਰਦੇ ਉਹ ਸਾਡੇ ਬੈਸਟ ਫਰੈਂਡ ਹੈ। ਜਸਵਿੰਦਰ ਔਰ ਸਨੀ ਦੇ ਮੈਸੇਜਸ ਸਾਡੇ ਕੋਲ ਪਹੁੰਚੇ ਨੇ। ਗਾਇਤਰੀ, ਇਹ ਵੀ ਬਹੁਤ ਇੰਪੋਰਟੈਂਟ ਹੈ ਸਮਝ ਲੈਣਾ ਕਿ ਜਦੋਂ ਤੁਸੀਂ ਡੇਟ ਕਰ ਰਹੇ ਹੋ, ਤੁਸੀਂ ਇਕੱਠੇ ਵੀ ਨਹੀਂ ਰਹਿ ਰਹੇ ਅਤੇ ਇੱਕ ਦੂਜੇ ਨੂੰ ਸਮਝਣ ਲਈ ਜ਼ਿਆਦਾ ਸਕੋਪ ਜਿਹੜਾ ਉਹ ਮਿਲਦਾ ਹੈ। ਐਂਡ ਦੈਨ ਕਦੇ ਚਲੋ ਮੂਵੀ ਦੇਖ ਲੈਂਦੇ ਹਾਂ, ਫਿਰ ਤੁਹਾਨੂੰ ਅਟਰੈਕਸ਼ਨ ਵੀ ਹੈ ਕਿ ਹਾਏ ਇੱਕ ਦੂਜੇ ਨੂੰ ਦੇਖੀਏ, ਕਡਲ ਕਰੀਏ, ਹੱਥ ਫੜੀਏ ਇੱਕ ਦੂਜੇ ਦਾ, ਹੈ ਨਾ, ਐਵੇਂ ਹੀ ਬੈਠੇ ਰਹੀਏ। ਬਟ ਥਿੰਗਸ ਚੇਂਜ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਹੈ ਔਰ ਸਪੈਸ਼ਲੀ ਜਦੋਂ 3 ਸਾਲ ਪੈ ਗਏ ਫਿਰ ਤਾਂ ਬਿਲਕੁਲ ਹੀ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹੈ। ਰਾਈਟ, ਉਹ ਕਿਉਂਕਿ ਰਿਸਪੋਂਸਿਬਿਲਿਟੀਜ਼ ਆ ਗਈ, ਉਹ ਕਿਉਂਕਿ ਚੇਂਜ ਹੋ ਗਏ। ਹੁਣ ਜਦ ਨਾਲ ਰਹਿਣਾ ਹੈ ਤਾਂ ਡੀਪਰ ਐਡਜਸਟਮੈਂਟ ਵੀ ਚਾਹੀਦੀ ਹੈ ਕਿਸੇ ਦੇ ਨਾਲ ਰਹਿਣਾ। ਰਾਈਟ, ਫਰੈਂਡਸ ਦੇ ਨਾਲ ਅਸੀਂ ਰਹਿੰਦੇ ਨਹੀਂ ਤਾਂ ਸਾਨੂੰ ਉਹਨਾਂ ਦੀ ਹੈਬਿਟਸ ਹੈ ਮਾਈਂਡ ਨਹੀਂ ਕਰਦੇ, ਅਸੀਂ ਕਿਸ ਤਰ੍ਹਾਂ ਖਾਣਾ, ਕਿਸ ਤਰ੍ਹਾਂ ਪੀਣਾ, ਕਿਸ ਤਰ੍ਹਾਂ ਬੈਠਣਾ, ਡੇ ਟੂ ਡੇ ਰਹਿਣਾ ਨਾਲ ਕਿਸੇ ਦੇ ਨਾਲ, ਇਟ ਮੈਟਰਸ ਅ ਲੋਟ। ਫਿਰ ਆਪਣੀ ਕਲਚਰ ਜੇ ਦੇਖੀਏ ਤਾਂ ਫੈਮਿਲੀ ਇਨਵੋਲਵਮੈਂਟ, ਕਿਸ ਤਰ੍ਹਾਂ ਆਪਾਂ ਐਕਸਪੈਕਟੇਸ਼ਨਸ ਫੈਮਲੀਜ਼ ਦੇ ਵੱਲ ਵੀ ਹੈਗੀਆਂ ਨੇ, ਰਿਲੇਟਿਵਸ ਦੇ ਵੱਲ ਹੈਗੀਆਂ ਨੇ। ਔਰ ਅੱਜ ਕੱਲ੍ਹ ਦੇ ਟਾਈਮ 'ਚ ਜਦ ਵਿਮਨ ਵੀ ਹੁਣ ਸਾਡੇ ਰੋਲਸ ਬੜੇ ਕੰਪਲੀਕੇਟਿਡ ਜਿਹੇ ਹੋ ਗਏ ਨੇ, ਆਊਟਸਾਈਡ ਜੋਬ ਕਰਨੀ, ਤਾਂ ਸਾਰੇ ਰਿਸਪੋਂਸਿਬਿਲਿਟੀਜ਼ ਮੈਨੇਜ ਕਰਨੀਆਂ, ਜਗਲ ਕਰਨੀਆਂ, ਉਹਦੇ ਨਾਲ ਆਪਣੀ ਫਰੈਂਡਸ਼ਿਪ ਨੂੰ ਵੀ ਮੇਨਟੇਨ ਕਰਕੇ ਰੱਖਣਾ। ਮੇਨਟੇਨੈਂਸ ਇਜ਼ ਇੰਪੋਰਟੈਂਟ। ਹੁਣ ਜਿਸ ਤਰ੍ਹਾਂ ਜੈਸੇ ਅਸੀਂ ਇੱਕ ਕਾਰ ਡੀਲਰਸ਼ਿਪ ਤੋਂ ਬਾਏ ਕਰਦੇ ਹਾਂ, ਉਹ ਟੈਂਕ ਫੁੱਲ ਕਰਕੇ ਦਿੰਦੇ ਗੈਸ, ਹੈ ਨਾ। ਹੁਣ ਇਹਦਾ ਇਹ ਮਤਲਬ ਤਾਂ ਨਹੀਂ ਕਿ ਇਹ ਟੈਂਕ ਫੁੱਲ ਹੈ ਤਾਂ ਹੁਣ ਅਸੀਂ ਕਦੇ ਵੀ ਇਹਨੂੰ ਫਿਲ ਨਹੀਂ ਕਰਾਉਣਾ। ਡਿਪੈਂਡਿੰਗ ਔਨ ਕਿੰਨੀ ਅਸੀਂ ਕਾਰ ਯੂਜ਼ ਕਰਦੇ ਹਾਂ ਉਹਦੇ ਹਿਸਾਬ ਨਾਲ ਕਈ ਲੋਕੀ ਵਨਸ ਅ ਵੀਕ ਉਹਨੂੰ ਫਿਲ ਕਰਦੇ ਨੇ, ਕਈ ਐਵਰੀ ਡੇ ਕਰਦੇ ਨੇ। ਜਦ ਆਪਾਂ ਟ੍ਰਿਪ 'ਤੇ ਜਾਂਦੇ ਹਾਂ ਤਾਂ ਇੱਕ ਦਿਨ 'ਚ 4 ਵਾਰੀ ਵੀ ਕਰਦੇ ਨੇ, ਜੀ ਹੈ ਨਾ। ਤਾਂ ਹੁਣ ਜੇ ਮੈਰਿਜ ਹੋਈ, ਇੱਕ ਆਪਾਂ ਕਹਿੰਦੇ ਲਵ ਅਕਾਊਂਟ ਜਾਂ ਇਮੋਸ਼ਨਲ ਬੈਂਕ ਅਕਾਊਂਟ ਕਹੀਏ, ਲਵ ਟੈਂਕ ਕਹੀਏ, ਬਹੁਤ ਹੈਗਾ ਉਹਦੇ 'ਚ ਗੈਸ ਹਲੇ, ਹੈ ਨਾ। ਤਾਂ ਜਿਸ ਤਰ੍ਹਾਂ ਟਾਈਮ ਬੀਤਦਾ ਤਾਂ ਯੂਜ਼ ਵੀ ਹੋ ਰਹੀ ਹੈ ਉਹ ਅਫੈਕਸ਼ਨ, ਹੈ ਨਾ। ਤਾਂ ਉਹਨੂੰ ਅਪ ਟੂ ਡੇਟ ਰੱਖਣਾ, ਉਹਨੂੰ ਫੁੱਲ ਕਰਨਾ, ਇਹ ਕਪਲਸ ਦੀ ਰਿਸਪੋਂਸਿਬਿਲਿਟੀ ਹੈ ਤਾਂ ਕਿ ਉਹ ਫਰੈਂਡਸ਼ਿਪ ਜਿਹੜੀ ਹੈ ਉਹ ਸਟਰੋਂਗ ਰਹੇ। ਅੱਛਾ ਨਾ, ਇੱਕ ਗੱਲ ਹੈ ਵੀ ਫਰੈਂਡਸ਼ਿਪ ਜਿਹੜੀ ਪਲੈਟੋਨਿਕ ਫਰੈਂਡਸ਼ਿਪਸ ਹੈ, ਅਸੀਂ ਹੁਣ ਮੈਂ ਰੋਮਾਂਟਿਕ ਪਾਰਟਨਰ ਦੀ ਗੱਲ ਨਹੀਂ ਕਰਦੀ, ਉੱਦਾਂ ਜਿਹੜੇ ਸਾਡੇ ਫਰੈਂਡਸ ਨਾਰਮਲ ਫਰੈਂਡਸ ਰੈਗੂਲਰ, ਅਸੀਂ ਕਿੰਨਾ ਐਟ ਈਜ਼ ਫੀਲ ਕਰਦੇ ਹਾਂ ਉਹਨਾਂ ਦੇ ਨਾਲ। ਜੇ 6 ਮਹੀਨਿਆਂ ਬਾਅਦ ਵੀ ਫੋਨ 'ਤੇ ਗੱਲਬਾਤ ਹੋ ਰਹੀ ਹੈ, ਵੀਡੀਓ ਕਾਲ ਹੋ ਰਹੀ ਹੈ, ਵੀ ਡੋਂਟ ਕੰਪਲੇਂਟ। ਸਾਨੂੰ ਹੁੰਦਾ ਕਿ ਉਹੀ ਗੱਲਾਂ ਜਿਹੜੀਆਂ ਉਸੇ ਤਰ੍ਹਾਂ ਹੀ ਤੁਹਾਨੂੰ ਫੀਲ ਫਰੈਸ਼ਨੈਸ ਜਿਹੜੀ ਹੈ ਉਹ ਦਿੰਦੀਆਂ ਹੈ। ਅਤੇ ਇਫ ਯੂ ਆਰ ਫੋਰਚੂਨੇਟ ਇਨਫ ਤੁਹਾਡੇ ਕੋਲ ਇੱਥੇ ਰਹਿੰਦਿਆਂ ਹੋਇਆਂ ਫਰੈਂਡਸ ਹੈਗੇ, ਤੁਸੀਂ ਚਲੋ ਕੌਫੀ 'ਤੇ ਮਿਲ ਲੈਂਦੇ ਹਾਂ, ਚਲੋ ਆਪਾਂ ਜਾ ਕੇ ਆਉਂਦੇ ਹਾਂ, ਇਹ ਕ੍ਰਿਸਮਸ ਦੀ ਮਾਰਕੀਟ ਲੱਗੀ ਹੋਈ ਹੈ, ਅਤੇ ਤੁਸੀਂ ਇਕੱਠੇ ਉਹ ਟਾਈਮ ਘੰਟਾ 2 ਘੰਟੇ ਜਿਹੜੇ ਸੋਹਣੇ ਸਪੈਂਡ ਕਰਦੇ ਹੋ। ਔਰ ਕਈ ਵਾਰੀ ਨਾ ਜਿਹੜੀਆਂ ਘਰ ਦੀਆਂ ਗੱਲਾਂ ਹੁੰਦੀਆਂ ਵੀ ਜਿੱਥੇ ਤੁਸੀਂ ਤੰਗ ਆਏ ਹੁੰਦੇ ਆ, ਉਹ ਚੁਗਲੀਆਂ ਵੀ ਕਰ ਹੋ ਜਾਂਦੀਆਂ ਕਿ ਓ ਮਾਈ ਮਮ ਇਜ਼ ਗਿਵਿੰਗ ਮੀ ਟਫ ਟਾਈਮ, ਹੈ ਨਾ, ਹਾਰਡ ਟਾਈਮ। ਕਿਸੇ ਵੇਲੇ ਹੋ ਜਾਂਦਾ ਹੈ। ਇਟਸ ਨੋਟ ਕਿ ਅਸੀਂ ਪਸੰਦ ਨਹੀਂ ਕਰਦੇ ਆਪਣੇ ਪੇਰੈਂਟਸ ਨੂੰ, ਪਰ ਹਾਂ ਹੁਣ ਇਹੀ ਤੁਸੀਂ ਦੇਖ ਲਓ ਕਿ ਜੇ ਕੀ ਅਸੀਂ ਇਹ ਇੱਦਾਂ ਦੀਆਂ, ਇਹਨੂੰ ਮੈਂ ਸਿੱਧਾ ਕਹੂੰਗੀ ਕਿ ਚੁਗਲੀਆਂ ਮੇਰੇ ਪੇਰੈਂਟਸ ਦੀਆਂ ਜਾਂ ਤੇਰੇ ਪੇਰੈਂਟਸ ਦੀਆਂ, ਹਸਬੈਂਡ ਵਾਈਫ ਇੱਕ ਦੂਜੇ ਨੂੰ ਦੱਸ ਹੀ ਨਹੀਂ ਸਕਦੇ ਤਾਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ। ਕਿਉਂਕਿ ਉਹਦਾ ਗੋਲ ਜਿਹੜਾ ਆਪਣਾ ਵੈਂਟੀਲੇਸ਼ਨ, ਫਰੈਂਡਸ ਦੇ ਨਾਲ ਇੱਕ ਇਹ ਹੈਗੀ ਸਾਡੀ ਇਮੋਸ਼ਨਲ ਸਪੇਸ ਹੁੰਦੀ ਹੈ ਜਿੱਥੇ ਆਪਾਂ ਵੈਂਟੀਲੇਟ ਕਰ ਸਕਦੇ ਹਾਂ। ਵੈਂਟੀਲੇਸ਼ਨ ਦਾ ਮਤਲਬ ਇਹ ਨਹੀਂ ਕਿ ਆਪਾਂ ਐਂਗਰੀ ਹੈਗੇ ਕਿਸੇ ਤੋਂ, ਬਟ ਇੱਕ ਇਮੋਸ਼ਨਲ ਰਿਲੀਜ਼ ਸਾਨੂੰ ਚਾਹੀਦਾ ਹੁੰਦਾ ਹੈ ਨਾ। ਤਾਂ ਉਹ ਨੋਨ ਜਜਮੈਂਟਲ ਸਪੇਸ ਸਾਨੂੰ ਆਪਣੇ
ਫਰੈਂਡਸ ਤੋਂ ਮਿਲਦੀ ਹੈ। ਇਹ ਰਿਲੇਸ਼ਨਸ਼ਿਪ ਆਪਾਂ ਆਪਣੇ ਪਾਰਟਨਰ ਦੇ ਨਾਲ ਵੀ ਬਣਾ ਸਕਦੇ ਹਾਂ, ਬਟ ਉਹ ਜਿਸ ਤਰ੍ਹਾਂ ਮੈਂ ਕਿਹਾ ਉਹ ਕਲਟੀਵੇਟ ਕਰਨਾ ਪੈਂਦਾ ਹੈ, ਉਹ ਸਾਨੂੰ ਬਣਾਉਣਾ ਪੈਂਦਾ ਹੈ ਕਿ ਜਿੱਥੇ ਆਪਾਂ ਦੋਨੋਂ ਦੀ ਵੈਲਿਊ ਸੇਮ ਹੋਣੇ, ਜਿੱਥੇ ਆਪਾਂ ਓਪਨ ਕਮਿਊਨੀਕੇਸ਼ਨ ਕਰ ਸਕੀਏ। ਹੁਣ ਬੈਨੀਫਿਟਸ 'ਚ ਜੇ ਅਸੀਂ ਗੱਲ ਕਰੀਏ ਕਿ ਜੇ ਸਾਡਾ ਪਾਰਟਨਰ ਹੀ ਸਾਡਾ ਬੈਸਟ ਫਰੈਂਡ ਹੈ, ਉਹਦੇ ਕੀ ਐਡਵਾਂਟੇਜਸ ਹੈ? ਉਹਦਾ ਹੋ ਗਿਆ ਕਿ ਆਪਣਾ ਡੀਪਰ ਕਨੈਕਸ਼ਨ ਹੈ, ਕਿਉਂਕਿ ਆਪਾਂ ਟਾਈਮ ਇੰਨਾ ਇੱਕ ਦੂਸਰੇ ਦੇ ਨਾਲ ਸਪੈਂਡ ਕਰਦੇ ਹਾਂ ਤਾਂ ਉਹ ਇੱਕ ਇਮੋਸ਼ਨਲ ਕਨੈਕਸ਼ਨ ਜਿਹੜਾ ਹੈ ਉਹ ਆਪਾਂ ਡੀਪ ਕਰ ਸਕਦੇ ਹਾਂ, ਹੈ ਨਾ। ਬੈਟਰ ਕਮਿਊਨੀਕੇਸ਼ਨ ਹੋ ਗਿਆ ਕਿ ਆਪਾਂ ਓਨੈਸਟ ਓਪਨ ਗੱਲਬਾਤ ਕਰੀਏ ਤੇ ਜਿਹੜੇ ਕਨਫਲਿਕਟ ਹੈ ਉਹਨੂੰ ਵੀ ਰਿਜ਼ੋਲਵ ਕਰੀਏ। ਹੁਣ ਰੈਜ਼ੋਲੂਸ਼ਨ ਡਿਫਰੈਂਟ ਤਰੀਕਾ ਦਾ ਹੋ ਸਕਦਾ ਹੈ, ਕਿਉਂਕਿ 69% ਆਫ ਕੰਸਰਨਸ ਇਨ ਅ ਮੈਰਿਜ ਔਰ ਅ ਰੋਮਾਂਟਿਕ ਰਿਲੇਸ਼ਨਸ਼ਿਪ ਆਰ ਅਨਰਿਜ਼ੋਲਵੇਬਲ ਮਤਲਬ ਉਹਦਾ ਯੈਸ ਨੋ ਇਹ ਕਰ ਲਓ, ਰਾਈਟ ਆਨਸਰ ਰੋਂਗ ਆਨਸਰ ਕੁਛ ਨਹੀਂ ਹੈ, ਇੱਕ ਸਾਨੂੰ ਮਿਡਲ ਪਾਥ ਹੀ ਕੱਢਣਾ ਪੈਂਦਾ ਹੈ। ਤਾਂ ਉਹ ਰੈਜ਼ੋਲੂਸ਼ਨ ਲੁਕਸ ਲਾਈਕ ਕਈ ਵਾਰੀ ਸਿਰਫ ਅੰਡਰਸਟੈਂਡਿੰਗ ਹੀ ਇੱਕ ਰੈਜ਼ੋਲੂਸ਼ਨ ਹੈ, ਕਈ ਵਾਰੀ ਆਪਾਂ ਕਹਿੰਦੇ ਆ ਕਿ ਵੀ ਐਗਰੀ ਟੂ ਡਿਸਐਗਰੀ ਹੀ ਰੈਜ਼ੋਲੂਸ਼ਨ ਹੈ, ਪਰ ਆਪਾਂ ਉਹ ਟੇਬਲ ਤੇ ਗੱਲਾਂ ਲਿਆਈਏ। ਇਹਦੀ ਐਡਵਾਂਟੇਜ ਹੈ ਜੀ ਬੈਸਟ ਫਰੈਂਡ ਅਸੀਂ ਆਪਣੇ ਪਾਰਟਨਰ ਨੂੰ ਕਹਿੰਦੇ ਆ। ਫਨ ਟੂਗੇਦਰ, ਕਿਉਂਕਿ ਹੌਬੀਜ਼ ਸਿੰਪਲ ਮੂਮੈਂਟ, ਇਹ ਜਿਸ ਤਰ੍ਹਾਂ ਆਪਾਂ ਕਹਿੰਦੇ ਰੋਜ਼ ਰੋਟੀ ਬਣਾਉਣੀ, ਰੋਜ਼ ਲਾਂਡਰੀ, ਗਰੋਸਰੀ, ਬੋਰਿੰਗ ਕੰਮ ਹੈਗੇ, ਪਰ ਜੇ ਆਪਾਂ ਆਪਣੇ ਪਾਰਟਨਰ ਦੇ ਨਾਲ ਹੀ ਫਰੈਂਡਸ਼ਿਪ ਸਟਰੋਂਗ ਕਰਨੀ ਹੈ ਤਾਂ ਇਹ ਬੋਰਿੰਗ ਕੰਮ ਇੰਜੋਏਬਲ ਵੀ ਹੋ ਸਕਦਾ, ਜਿੱਥੇ ਆਪਾਂ ਫਨ ਲਿਆ ਸਕਦੇ ਹਾਂ। ਆਪਾਂ ਇੱਕ ਜਿਹਨੂੰ ਆਪਾਂ ਟੈਕਨੀਕਲ ਟਰਮਸ ਰਿਚੁਅਲਸ ਆਫ ਕਨੈਕਸ਼ਨ ਕਹਿੰਦੇ ਕਿ ਆਪਾਂ ਗਰੋਸਰੀ ਨਾਲ ਹੀ ਜਾਣਾ ਹੈ, ਕਿਉਂਕਿ ਇਹ ਸਾਡਾ ਸਪੈਂਡਿੰਗ टाइम है, ये मीनिंगफुल है, क्योंकि साਡਾ हेल्थ एक गोल है, हम अपने फूड एक साथ चूज करना चाहते हैं। तो एक फन का एलिमेंट, इंटरेस्टिंग एक्टिविटीज जो आप दोनों की हैं वो करना, तो ये टीम वर्क, जो भी समस्याएं हैं हम टीम की तरह उसको इवॉल्व करें। मैं ये टैकल करूँ, आप ये टैकल करो, आपकी कुछ और स्ट्रेंथ है, मेरी कुछ और स्ट्रेंथ है, सो स्ट्रॉन्गर टीम वर्क। सो ये कुछ एडवांटेजेस हैं अगर आपका बेस्ट, क्योंकि टाइम इतना साथ में है और जहाँ अपने अपने इंटरेस्ट्स हैं उनकी रिस्पेक्ट है, एट द सेम टाइम कुछ कॉमन इंटरेस्ट भी क्रिएट किए गए हैं, अगर नहीं थे तो बिल्कुल पिकल बॉल चलिए, चलो जेनेसिस जाके खेलते हैं, राइट, ਇਕੱਠੇ ਚੱਲਦੇ ਆ, ਉਹ ਕਰਨਾ ਜ਼ਰੂਰੀ ਹੈ। ਔਰ ਇਹ ਵੀ ਜ਼ਰੂਰੀ ਹੈ ਕਿ ਇਹ ਨਹੀਂ ਕਿ ਇੱਕੋ ਜਣੇ ਦੇ ਇੰਟਰਸਟ ਫੁੱਲਫਿਲ ਕੀਤੇ ਜਾਣ, ਦੋਨਾਂ ਦੇ। ਇੱਕ ਵਾਰੀ ਆਪਾਂ ਕੁਛ ਟਾਈਮ ਇੱਕ ਪਰਸਨ ਦਾ ਕੀਤਾ, ਕੁਛ ਟਾਈਮ ਅੱਛਾ ਤੁਹਾਡਾ ਕਰਾਫਟ ਹੈ ਤਾਂ ਆਪਾਂ ਚਲੋ ਕੁਛ ਕਰਾਫਟਿੰਗ ਕਰੀਏ, ਤੁਹਾਡਾ ਕੋਈ ਸਪੋਰਟ ਹੈ ਤਾਂ ਚਲੋ ਸਪੋਰਟ ਕਰੀਏ। ਤਾਂ ਇਹ ਮੀਨਿੰਗਫੁਲ ਲੌਂਗ ਟਰਮ ਹੈਪੀਨੈਸ ਫਰੈਂਡਸ਼ਿਪ ਜਿਸ ਤਰ੍ਹਾਂ ਆਏ, ਕਿਉਂਕਿ ਦਿਸ ਪਰਸਨ ਇਜ਼ ਕਨਸਟੈਂਟਲੀ ਅਵੇਲੇਬਲ। ਕਈ ਵਾਰੀ ਫਰੈਂਡਸ ਦੇ ਨਾਲ ਡਿਫਿਕਲਟੀ ਆਉਂਦੀ ਹੈ ਕਿ ਬਈ ਕੋਆਰਡੀਨੇਟ ਨਹੀਂ ਹੋ ਪਾ ਰਿਹਾ, ਉਹਨਾਂ ਦੀ ਆਪਣੀ ਰਿਸਪੌਂਸਿਬਿਲਿਟੀ ਹੈ, ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ, ਟਾਈਮ ਨਹੀਂ ਮੈਚ ਹੋ ਪਾ ਰਿਹਾ, ਤਾਂ ਉਹ ਗੈਪ ਵੀ ਪੈ ਜਾਂਦਾ। ਬਟ ਦਿਸ ਪਰਸਨ ਇਜ਼ ਨੈਕਸਟ ਟੂ ਯੂ। ਹਾਂ, ਔਰ ਦੋਹਾਂ ਦੀ ਇੰਨੀ ਸਮਝ ਔਰ ਸੋਝੀ ਹੈ ਕਿ ਜਿਹੜੀ ਤੁਸੀਂ ਓਪਨ ਕਮਿਊਨੀਕੇਸ਼ਨ ਦੀ ਗੱਲ ਕੀਤੀ ਹੈ, ਫੋਰ ਐਗਜ਼ਾਮਪਲ ਰੋਮਾਂਟਿਕ ਕਪਲਸ, ਉਹ ਰੋਮਾਂਟਿਸਿਜ਼ਮ ਜਿਹੜਾ ਹੈ ਜੇ ਫੇਜ਼ ਆਊਟ ਹੋ ਰਿਹਾ ਹੈ ਆਫਟਰ ਫਿਊ ਈਅਰਸ ਆਫ ਮੈਰਿਜ, ਤੇ ਉਹ ਇਹਦੇ ਬਾਰੇ ਗੱਲ ਕਰ ਸਕਦੇ ਆ, ਰਾਈਟ, ਹੈ ਨਾ। ਉਹ ਇੱਕ ਦੂਸਰੇ ਨੂੰ ਦੱਸ ਸਕਦੇ ਆ ਕਿ ਦਿਸ ਇਜ਼ ਨਾਟ ਵਾਟ ਵੀ ਸਾਈਨਡ ਅਪ ਫॉर, ਹੈ ਨਾ। ਯੂ ਆਰ ਨਾਟ ਅਵੇਲੇਬਲ ਫॉर ਮੀ, ਇਮੋਸ਼ਨਲੀ ਹੋ ਸਕਦਾ ਆ, ਉਹ ਫਿਜ਼ੀਕਲੀ ਹੋ ਸਕਦਾ ਆ, ਇਨ ਬੈਡਰੂਮ ਹੋ ਸਕਦਾ ਆ, ਔਰ ਸਾਹਮਣੇ ਵਾਲਾ ਸੁਣੇ ਔਰ ਸਮਝੇ ਕਿ ਓਕੇ ਆਈ ਥਿੰਕ ਯੈਸ ਮੈਂ ਕੰਮ 'ਚ ਜ਼ਿਆਦਾ ਬਿਜ਼ੀ ਹੋਣ ਕਰਕੇ ਆਈ ਹੈਵ ਨਾਟ ਬੀਨ ਦੇਅਰ ਫॉर ਯੂ। ਉਹ ਰੈਕਗਨਾਈਜ਼ ਕਰਨਾ, ਐਕਸੈਪਟ ਕਰਨਾ ਐਂਡ ਐਕਨੋਲੇਜ ਕਰਨਾ, ਵੈਲੀਡੇਟ ਕਰਨਾ ਬੜਾ ਇੰਪੋਰਟੈਂਟ। ਨਹੀਂ ਤੇ ਆਪਣੇ ਕਪਲ ਤੋਂ ਲਾ ਇੰਨੀ ਗੱਲ ਮੈਨੂੰ ਸੁਣਾ ਕਿਵੇਂ ਦਿੱਤੀ ਹੈ, ਮੇਰੇ ਕੋਲ ਵੇਲ ਹੈਗੀ ਹੈ, ਰਾਈਟ, ਬਿਲਕੁਲ। ਤਾਂ ਉਹੀ ਸਾਰਾ ਦਿਨ ਰਾਤ ਰਹਿਣਾ ਤਾਂ ਕਿਉਂ ਨਾ ਅਸੀਂ ਇੰਜੋਏ ਕਰ ਲਈਏ ਲਾਈਫ ਨੂੰ ਨਾਲ। ਟਾਈਮ ਜਿਹੜਾ ਨਿਕਲ ਗਿਆ ਉਹ ਨਿਕਲ ਜਾਣਾ, ਰਾਈਟ। ਇਹਨੂੰ ਆਪਣਾ ਬੈਸਟ ਫਰੈਂਡ ਬਣਾ ਕੇ ਚੱਲੀਏ। ਆਪਾਂ ਉਹਦੀ ਵੀ ਗੱਲ ਕਰਾਂਗੇ ਕਿ ਕਿਹੜੇ ਹੈਲਦੀ ਔਰ ਕਿਹੜੀ ਬਾਉਂਡਰੀਜ਼ ਆਪਾਂ ਇੱਥੇ ਮੇਨਟੇਨ ਕਰਨੀਆਂ ਹੈਗੀ ਜਦ ਬੈਸਟ ਫਰੈਂਡ ਸਾਡਾ ਰੋਮਾਂਟਿਕ ਪਾਰਟਨਰ ਹੋਵੇ ਤਾਂ। ਜੀ, ਬੜਾ ਹੀ ਬਿਊਟੀਫੁਲ ਮੈਸੇਜ ਸਾਡੇ ਜੈਗ ਹੋਣਾ ਨੇ ਭੇਜਿਆ। ਕਹਿੰਦੇ ਫਸਟ 25 years ਆਫ ਮੈਰਿਜ ਆਪਾਂ ਹਸਬੈਂਡ ਵਾਈਫ ਹੀ ਰਹੇ ਹਾਂ, ਅਤੇ ਹੌਲੀ ਹੌਲੀ ਕਰਦਿਆਂ ਇਵੇਂ ਹੋ ਗਿਆ ਕਿ ਅਸੀਂ ਫਰੈਂਡਸ ਬਣ ਗਏ। 36 years ਆਫ ਮੈਰਿਜ ਅਤੇ ਹੁਣ ਅਸੀਂ ਬੈਸਟ ਫਰੈਂਡਸ ਹਾਂ। ਥੈਂਕ ਯੂ ਫॉर ਸ਼ੇਅਰਿੰਗ। ਗਾਇਤਰੀ ਕੈਂਥ ਜੀ ਅੱਜ ਸਾਡੇ ਨਾਲ ਨੇ। ਅਤੇ ਜੇ ਹਸਬੈਂਡ ਜਾਂ ਵਾਈਫ ਜਾਂ ਰੋਮਾਂਟਿਕ ਪਾਰਟਨਰਸ ਜਿਹੜੇ ਨੇ ਉਹ ਬੈਸਟ ਫਰੈਂਡਸ ਹੁੰਦੇ ਆ, ਉਹਦੇ ਕੁਝ ਡਾਊਨਫਾਲਸ ਵੀ ਹੈ ਜਾਂ ਉਹਦੇ ਕੋਈ ਐਵੇਂ ਸਮਝ ਸਕਦੇ ਹਾਂ ਅਸੀਂ ਕੋਈ ਨੈਗੇਟਿਵ ਸਾਈਡ ਵੀ ਹੈਗੀ ਹੈ? ਡਾਊਨਫਾਲ ਜੇ ਆਪਾਂ ਕਹੀਏ, ਸਭ ਤੋਂ ਪ੍ਰੋਮੀਨੈਂਟ ਜਿਹੜਾ ਆਪਾਂ ਕਹਿੰਦੇ ਉਹ ਕਹਿੰਦੇ ਇਮੋਸ਼ਨਲ ਓਵਰਲੋਡ, ਕਿ ਇੱਕ ਹੀ ਪਰਸਨ ਤੇ ਰਿਲਾਈ ਕਰਨਾ ਆਪਾਂ ਕਿ ਉਹ ਸਾਡੀ ਸਾਰੀ ਇਮੋਸ਼ਨਲ ਨੀਡਸ ਮੀਟ ਕਰੇਗਾ। ਇਮੋਸ਼ਨਲ ਨੀਡਸ ਹੋ ਗਈਆਂ ਜਿਵੇਂ ਸੇਫਟੀ, ਸਿਕਿਉਰਿਟੀ, ਲਵ, ਅਫੈਕਸ਼ਨ, ਅੰਡਰਸਟੈਂਡਿੰਗ, ਕਨੈਕਸ਼ਨ, ਕੰਪੈਨੀਅਨਸ਼ਿਪ, ਕਈ ਚੀਜ਼ਾਂ ਆਪਾਂ ਦੀ ਇੱਥੇ ਗੱਲ ਕਰ ਰਹੇ ਇਮੋਸ਼ਨਲ ਨੀਡਸ ਦੀਆਂ। ਐਂਡ ਸਪੈਸ਼ਲੀ ਹਾਂਜੀ ਗਾਇਤਰੀ, ਇੱਥੇ ਇੱਕ ਚੀਜ਼ ਤੁਹਾਡੀ ਗੱਲ ਦੇ ਨਾਲ ਮੈਂ ਜੋੜਨਾ ਚਾਹ ਰਹੀ ਹਾਂ।
ਉਹ ਇਹ ਕਿ ਜਿਹੜੀਆਂ ਫੀਮੇਲਸ ਹੈ ਉਹ ਆਪਣੇ ਹਸਬੈਂਡ ਤੋਂ ਸਾਰੇ ਰੋਲਸ ਚਾਹੁੰਦੀਆਂ, ਜਿਵੇਂ ਉਹ ਫਾਦਰਲੀ ਫਿਗਰ ਵੀ ਹੋਵੇ, ਉਹ ਫਰੈਂਡ ਵੀ ਹੋਵੇ, ਉਹ ਮੈਨੂੰ ਜਦੋਂ ਪ੍ਰੋਟੈਕਸ਼ਨ, ਜਿਵੇਂ ਤੁਸੀਂ ਗੱਲ ਕੀਤੀ ਸਿਕਿਉਰਿਟੀ ਦੀ, ਉਹ ਬ੍ਰਦਰ ਵਾਂਗ ਵੀ ਹੋਵੇ, ਘਰ ਦੇ ਵਿੱਚ ਜੇ ਕੋਈ ਫਿਕਸ ਕਰਨ ਵਾਲਾ ਹੈ ਤੇ ਉਹ ਵੀ ਹੋਵੇ, ਹਸਬੈਂਡ ਵੀ ਹੋਵੇ, ਹੈ ਨਾ। ਐਟ ਦ ਸੇਮ ਟਾਈਮ ਹਸਬੈਂਡ ਜਿਹੜੇ ਆ ਉਹ ਆਪਣੀ ਵਾਈਫ ਦੇ ਵਿੱਚ ਮਦਰਲੀ ਫਿਗਰ ਵੀ ਲੱਭ ਰਹੇ ਹੁੰਦੇ ਆ। ਸੋ ਇਹ ਓਵਰ ਐਕਸਪੈਕਟੇਸ਼ਨਸ ਹੈ। ਓਵਰ ਐਕਸਪੈਕਟੇਸ਼ਨਸ ਜਦ ਆਪਾਂ ਕਹੀਏ ਕਿ ਕਿਸ ਤਰ੍ਹਾਂ ਇਹਨੂੰ ਹੁਣ ਆਪਾਂ ਐਕਸਪਲੇਨ ਕਰੀਏ कि men ਦੇ ਵਿੱਚ ਵੀ आई मीन सेम इमोशनल नीड्स, जब तक हम ह्यूमंस हैं सबकी सेम नीड्स हैं, राइट। तो ये जो आप जैसे ये कह रहे हैं ये सारे ट्रस्ट के फैक्टर्स हो गए कि घर खराब हो गया, घर में कोई चीज़ खराब है, आपने मुझे कहा कि आप इसको ठीक करेंगे, नहीं हो रही, रिलायबिलिटी कि क्या मैं इस पर्सन पे रिलाई कर सकती हूँ, इट गोज़ बैक टू ट्रस्ट। तो ये नीड की बजाय मोर ऑफ ट्रस्ट आ गया। अच्छा। इसके अंदर कि आप कैसे रिलाई कर रहे हैं उसके अपने पार्टनर के ऊपर। दूसरी चीज़ ये है कि नीड्स, क्योंकि क्लोज रिलेशनशिप है हमारा, आप उनके लिए हैं, वो आपके लिए हैं, थर्ड पर्सन इज नॉट देयर, तो एक दूसरे के ऊपर फॉल बैक करना इज इम्पॉर्टेंट। देयर इज नो थर्ड पर्सन हु इज गोना कम इन जो आपकी फीलिंग्स को वैलिडेट करे, जो आपके लिए स्टैंड अप करे, राइट। तो ये सारे अनफॉर्चुनेटली कुछ चीज़ें हमें एक दूसरे के लिए हमने प्रॉमिस किया है, हमने एक कॉन्ट्रैक्ट किया है आपके साथ में कि आई विल बी देयर फॉर यू, सो यू हैव टू स्टैंड अप। लेकिन लॉन्ग टर्म में की बात हो रही है कि जब बहुत लंबे समय के लिए आपका कोई भी और रिलायबल फ्रेंड नहीं है किसी पे भी, आप ये उस डिफिकल्ट सिचुएशन की बात हो रही है। लेकिन मोस्टली हम कॉलीग्स हैं, हम बाहर गए, कहीं ना कहीं हमें ऑफिस में भी हम एक लिमिट बना लेते हैं कि भाई इतना इसको बताना है, इतना इसको नहीं बताना, ये मेरा पर्सनल है, ये मेरे प्राइवेट है। तो कुछ कुछ नीड्स हम उस वहाँ कर लेते हैं फुलफिल। लेकिन बहुत ज़्यादा जब रिलायबिलिटी हो जाए कि हर चीज़ के लिए, और डाउनफॉल क्या है? कंसर्न। और इसका डाउनफॉल आ जाता है कि सोशल सपोर्ट जो है, रिड्यूस सोशल सपोर्ट, कि हम आपस में ही इतने बिजी हैं, हम आपस में ही हर चीज़ के लिए रिलाई कर रहे हैं। तो जब हमें किसी तीसरे पर्सन की ज़रूरत है, कोई इमरजेंसी सिचुएशन आए, मेरा पार्टनर मेरे लिए बाय चांस नहीं अवेलेबल हो पाया, खुश तो हो जाए उन्होंने, राइट, आई कैन नॉट रिलाई ऑन एंड आई डोंट हैव माई सपोर्ट सिस्टम। तो ये एक दूसरी डाउनफॉल है कि हम आपस में ही इतने बिजी हो गए। तो एक वो नेटवर्क ऑफ पीपल होना ज़रूरी है। जैसे हम अपने फ्रेंड्स में अगर हम चाइल्डहुड में देखें तो हमें कुछ कैटेगरीज ऑफ फ्रेंड्स हैं कि कुछ हमारे हैं जो हमारे फ़न के लिए हैं, कुछ हैं जो हमारे पढ़ाई के लिए हैं, कुछ हैं जो हमारे मॉरल सपोर्ट देने के लिए हैं, कुछ हैं हमारे इमोशनल वेंटिलेशन के लिए हैं। तो वो एक नेटवर्क होना भी कहीं पे ज़रूरी है, राइट। तो एक ये दूसरी डाउनफॉल है कि वो सोशल नेटवर्क नहीं है। तीसरा ये है कि जब हम बहुत ज़्यादा एक दूसरे पर रिलाई करने लग जाते हैं, जब हम एक दूसरे का एंटायर सोशल वर्ल्ड बन जाते हैं, तो फिर वो जो इंडिविजुअलिटी है आपकी वो श्रिंक हो जाती है। इतना इमोशनली ओवर डिपेंडेंट हो गए कि अगर मेरा पार्टनर नहीं है, मुझे समझ नहीं आ रहा, ओ माय गॉड मैं ग्रॉसरी भी कैसे करके आऊँ, मैं विल आई मेक दिस चॉइस, मैं ये कर लूँगी, मैं ये पे कर लूँगी, मैं ड्राइव करके चले जाऊँ, राइट। तो एक वो लॉन्ग टर्म वेलबींग के लिए वो एक इफेक्टिव नहीं है कि आप अपनी आइडेंटिटी भी उसमें मर्ज बिल्कुल कर दें। कहाँ हम खत्म हो रहे हैं, हमारा पार्टनर स्टार्ट हो रहा है, हमें पता ही नहीं चल रहा। इतने फ्यूज्ड हैं हम, इतने फ्यूज्ड हो गए हम, राइट। सो दैट्स अनदर डाउनफॉल। और अनरियलिस्टिक एक्सपेक्टेशन, जैसे आपने कहा, कई बार हम वो बहुत ज़्यादा पुट कर देते हैं, जैसे आपने सवाल पूछा। सो दैट्स अनदर डाउनफॉल कि हम वो बहुत हाई एक्सपेक्टेशन, हाई स्टैंडर्ड रखते हैं और वो ना मीट कर पाए, देन इट्स लाइक अ डाउनफॉल। ठीक है, ਹਰਚਰਨ ਜੀ ਦੀ ਗੱਲ ਸੁਣ ਲੈਂਦੇ ਆ। ਆਈ ਨੋ ਉਹਨਾਂ ਨੇ ਆਈ ਥਿੰਕ 60 ਇਅਰਸ ਕੰਪਲੀਟ ਕਰ ਲਏ ਆਪਣੀ ਮੈਰਿਜ ਦੇ ਹੁਣ। ਹਰਚਰਨ ਜੀ ਵੈਲਕਮ। ਹੈਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਵਿੱਚ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਵਧੀਆ ਜੀ। ਹਸਬੈਂਡ ਤਾਂ ਹੁੰਦਾ ਹੀ ਹਸਬੈਂਡ ਆ, ਤੇ ਫਰੈਂਡ ਵੀ ਜ਼ਰੂਰੀ ਹੋਣਾ ਚਾਹੀਦਾ ਨਾਲ। ਤੇ ਇੱਕ ਦੂਸਰੇ ਨੂੰ ਗੱਲ ਜਿਹੜੀ ਹੁੰਦੀ ਆ ਬੰਦਾ ਦੱਸ ਲਵੇ, ਕਰ ਲਵੇ। ਤੇ ਮੈਂ ਤਾਂ ਇੱਕ ਤੁਹਾਨੂੰ ਅੱਜ ਸੁਣਾਉਣੀ ਆ। ਸੂਟ ਤਾਂ ਸਮਾਇਆ ਸਿੰਘਾ ਤੇਰੀ ਵੇ ਪਸੰਦ ਦਾ, ਸੂਟ ਤਾਂ ਸਮਾਇਆ ਸਿੰਘਾ ਤੇਰੀ ਵੇ ਪਸੰਦ ਦਾ, ਰੰਗਾ ਲਿਆ ਦੁਪੱਟਾ ਤੇਰੀ ਪੱਗ ਵਰਗਾ, ਮੈਨੂੰ ਸਿੰਘਾ ਜਾਪੇ ਸਾਰੇ ਜੱਗ ਤੋਂ ਕੱਲਾ ਜੱਪ ਕੇ ਸਾਰੇ ਜੱਗ ਵਰਗਾ, ਸਿੰਘਾ ਕੱਲਾ ਜਾਪੇ ਮੈਨੂੰ ਤੂੰ ਸਾਰੇ ਜੱਗ ਵਰਗਾ। ਏਦਾਂ ਹੋਵੇ ਵੀ ਜੋ ਵੀ ਬਾਕੀ ਰਿਸ਼ਤੇਦਾਰ ਵੀ ਸਾਰੇ ਹੁੰਦੇ ਆ, ਭੈਣ ਭਰਾ ਵੀ, ਜਿਹੜਾ ਆਪਣਾ ਹਸਬੈਂਡ ਹੁੰਦਾ ਫਰੈਂਡ ਹੋਵੇ ਤਾਂ ਅਗਲਾ ਸਾਰੀ ਗੱਲਬਾਤ ਕਰ ਲੈਂਦਾ। ਠੀਕ ਹੈ, ਸਾਡੀ ਹੋ ਗਈ ਆ ਜੀ ਪੂਰੀ 8ਵੀਂ ਐਨਵਰਸਰੀ,
ਤੇ ਬਹੁਤ ਮੁਬਾਰਕਾਂ। ਉੱਥੇ ਛੁੱਟੀ ਤੇ ਸੀ, ਤੁਹਾਨੂੰ ਮੈਂ ਦੱਸਣਾ ਸੀ। ਅੱਛਾ ਜੀ, ਹਾਂਜੀ, ਥੈਂਕ ਯੂ ਫॉर ਸ਼ੇਅਰਿੰਗ, ਕੰਗ੍ਰੈਚੁਲੇਸ਼ਨ। ਨਵੰਬਰ ਦੀ ਸੀ ਜੀ। ਜੀ ਹਾਂਜੀ, ਬਹੁਤ ਵਧੀਆ। ਵਾਹਿਗੁਰੂ ਦਾ ਕਿਰਪਾ ਨਾਲ 7 ਸਾਲ ਲੰਘ ਗਏ ਜੀ, ਤੇ ਹੁਣ ਦੇਖੋ ਵਾਹਿਗੁਰੂ ਕਿੰਨਾ ਹੋਰ ਲੰਘਾਉਂਦਾ। ਸਵੀਟ, ਬਹੁਤ ਮਿਹਰਬਾਨੀ। ਹਾਂਜੀ, ਥੈਂਕ ਯੂ ਹਰਚਰਨ ਜੀ। ਹਾਂਜੀ, ਪਰਮਾਤਮਾ ਖੁਸ਼ੀਆਂ ਬਣਾ ਕੇ ਰੱਖੇ। ਸੋ ਇਹ ਮਹਿਸੂਸ ਕਰਨਾ ਕਿ ਕੀ ਤੁਸੀਂ ਆਪਣੇ ਪਾਰਟਨਰ ਦੇ ਨਾਲ ਫਰੈਂਡਸ ਹੈਗੇ ਹੋ ਜਾਂ ਬੈਸਟ ਫਰੈਂਡਸ ਹੈਗੇ ਹੋ, ਬੈਸਟ ਬਡੀਜ਼, ਯੂ ਆਰ ਮਾਈ BFF, ਇੱਕ ਦੂਜੇ ਨੂੰ ਜਿਹੜੇ ਯੰਗ ਬੱਚੇ ਕਹਿ ਦਿੰਦੇ ਆ ਨਾ, ਬੈਸਟ ਫਰੈਂਡਸ ਫॉर ਐਵਰ। ਪਹਿਲਾਂ ਫਰੈਂਡਸ ਹੋ ਸਕਦੇ ਆ ਤੇ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਜਿਵੇਂ ਡਿਵੈਲਪ ਹੁੰਦਾ ਹੈ, ਹੋ ਸਕਦਾ ਹੈ ਤੁਸੀਂ ਰੋਮਾਂਟਿਕਲੀ ਇੱਕ ਦੂਜੇ ਨਾਲ ਇਨਵੋਲਵ ਹੋ ਜਾਓ, ਫਿਰ ਵਿਆਹ ਸ਼ਾਦੀ ਦੇ ਫੈਸਲੇ ਵੀ ਹੋਣ ਜਾਂ ਇਕੱਠੇ ਰਹਿਣ ਦੇ ਫੈਸਲੇ ਹੋਣ। ਐਂਡ ਮੈਨੂੰ ਲੱਗਦਾ ਕਿ ਬੜੀ ਖੂਬਸੂਰਤ सेंटिमेंट है। बिल्कुल खूबसूरत सेंटिमेंट है और यंग जनरेशन हमारी ऐसे ही यही फॉलो हो रहा है कि हम फ्रेंड्स हैं पहले और फिर हम आगे रोमांटिकली इंक्लाइंड हो गए और मेंटेन कर रहे हैं उसको। कई बारी जैसे आपने अभी क्लोजिंग पे पहले कहा कि ऑपोजिट जेंडर फ्रेंड्स हैं, तो उसका कैसे हम मैनेज करा जाएगा? ਕਿਉਂਕਿ ਤੁਸੀਂ ਆਪ ਹਸਬੈਂਡ ਵਾਈਫ ਹੋ ਜਾਂ ਪਾਰਟਨਰਸ ਹੋ, ਲਿਵ ਇਨ ਪਾਰਟਨਰਸ ਹੋ, ਤੇ ਤੁਹਾਡੇ ਕੋਲ ਆਪੋਜ਼ਿਟ ਜੈਂਡਰ ਦੇ ਹੋਰ ਫਰੈਂਡਸ ਬਾਹਰ ਹੈਗੇ ਨੇ, ਤੇ ਫਿਰ ਇਹ ਐਕਸਪੈਕਟੇਸ਼ਨ ਕਿ ਅਸੀਂ ਆਪਸ ਵਿੱਚ ਫਰੈਂਡਸ ਆ, ਤੈਨੂੰ ਹੋਰ ਫਰੈਂਡਸ ਦੀ ਕੀ ਲੋੜ ਹੈ, ਜਾਂ ਇਹਨੂੰ ਸ਼ੱਕ ਦੀ ਨਿਗਾਹ ਨਾਲ ਕਈ ਵਾਰੀ ਪਾਰਟਨਰ ਜਿਹੜਾ ਉਹ ਦੇਖਣ ਲੱਗ ਜਾਂਦਾ ਕਿ ਲੈ ਤੂੰ ਆਪਣੇ ਹੁਣ ਉਸ ਫਰੈਂਡ ਨੂੰ ਕੀ ਕਰਨ ਜਾਣਾ ਮਿਲਣ, ਤੇਰੀ ਉਹ ਸਹੇਲੀ ਕਿਉਂ ਮਿਲ ਰਹੀ ਹੈ ਤੈਨੂੰ, ਹੈ ਨਾ। ਰਾਈਟ, ਤਾਂ ਇਹਦੇ ਲਈ ਉਹ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਓਪਨ ਕਮਿਊਨੀਕੇਸ਼ਨ, ਇਸ ਲਈ ਫਰੈਂਡਸ਼ਿਪ ਤੁਹਾਡੀ ਆਪਣੀ ਵੀ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਇੱਕ ਓਪਨ ਕਮਿਊਨੀਕੇਸ਼ਨ ਆਪਣੇ ਆਪ ਨੂੰ ਸਮਝਾ ਸਕੋ, ਆਪਣੇ ਫਰੈਂਡਸ ਦੇ ਬਾਰੇ 'ਚ ਆਪਣੇ ਪਾਰਟਨਰ ਨੂੰ ਸਮਝਾ ਸਕੋ। ਇੱਕੋ ਟਰਸਟ ਹੋਣਾ ਬਹੁਤ ਜ਼ਰੂਰੀ ਹੈ। ਇੱਕ ਆਪਾਂ ਜੇ ਟੈਕਨੀਕਲ ਗੱਲ ਕਰੀਏ ਤਾਂ ਸਿਕਿਉਰ ਅਟੈਚਮੈਂਟ ਹੋਣੀ ਬਹੁਤ ਜ਼ਰੂਰੀ ਹੈ ਕਿ ਬਈ ਇਨ ਦ ਡੇ ਟਾਈਮ ਤੁਸੀਂ ਕਿਤੇ ਵੀ ਜਾਓ, ਕੁਛ ਵੀ ਕਰੋ, ਅਲਟੀਮੇਟਲੀ ਵੀ ਆਰ ਅ ਟੀਮ ਟੂਗੈਦਰ। ਉਹ ਸਿਕਿਉਰਿਟੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਉਹ ਬੇਸਿਕ ਫਰੈਂਡਸ਼ਿਪ ਉਹਦੇ ਲਈ ਚਾਹੀਦੀ ਹੈ। ਤੀਜਾ ਇਹਦੇ 'ਚ ਬਾਊਂਡਰੀਜ਼, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਪਲੈਟੋਨਿਕ ਰਿਲੇਸ਼ਨਸ਼ਿਪ ਹੈਗੀ, ਉਹ ਕਾਮਨ ਇੰਟਰਸਟ 'ਤੇ ਮੋਸਟਲੀ ਡਿਪੈਂਡੈਂਟ ਹੈ, ਰਾਈਟ। ਬਾਊਂਡਰੀਜ਼ ਜਿਹੜੀ ਹੈ ਕਿ ਜੇ ਸਾਡਾ ਆਪੋਜ਼ਿਟ ਜੈਂਡਰ ਦਾ ਪਾਰਟਨਰ ਹੈ, ਤਾਂ ਐਜ਼ ਅ ਕਪਲ ਤੁਸੀਂ ਐਜ਼ ਅ ਰੋਮਾਂਟਿਕ ਕਪਲ ਇਹ ਤੁਹਾਡੀ ਗੱਲਬਾਤ ਕਰਨੀ ਜ਼ਰੂਰੀ ਹੈ ਕਿ ਕਿਹੜੇ ਉਸ ਫਰੈਂਡ ਦੇ ਨਾਲ ਕੀ ਰੈੱਡ ਜ਼ੋਨ, ਜੇ ਆਪਾਂ ਟੈਕਨੀਕਲ ਨਾ ਜਾਈਏ, ਰੈੱਡ ਏਰੀਆਜ਼ ਕਿਹੜੇ ਹੈਗੇ ਉਸ ਪਾਰਟਨਰ ਦੇ ਨਾਲ, ਯੈਲੋ ਏਰੀਆਜ਼ ਕਿਹੜੇ ਹੈ, ਕਿ ਗ੍ਰੀਨ ਏਰੀਆਜ਼ ਕਿਹੜੇ, ਮਤਲਬ ਕਿੰਨਾ ਡੀਪਲੀ ਤੁਸੀਂ ਉਹਦੇ 'ਚ ਇਨਵੋਲਵ ਹੋ ਸਕਦੇ ਹੋ। ਐਂਡ ਸਪੈਸ਼ਲੀ ਇੱਕ ਜਿਹੜਾ ਅਲਟੀਮੇਟ ਹੈ ਕਿ ਬਈ 1 to 1 ਮਿਲਣਾ ਚਾਹੀਦਾ, ਨਹੀਂ ਮਿਲਣਾ ਚਾਹੀਦਾ, ਇਹ ਆਪਸ 'ਚ ਗੱਲ ਕਰਨੀ ਜ਼ਰੂਰੀ ਹੈ। ਟਾਈਮ ਆਫ ਦ ਡੇ ਕਦੋਂ ਆਪਾਂ ਮਿਲਣਾ ਹੈ, ਕਿ ਅਸੀਂ ਕਿਸੇ ਪਬਲਿਕ ਪਲੇਸ 'ਤੇ ਵੀ ਮਿਲ ਸਕਦੇ ਹਾਂ, ਤਾਂ ਜਿਹੜੀ ਇਹ ਬਾਊਂਡਰੀਜ਼ ਸਭ ਕਪਲਸ ਦੀ ਆਪਣੀ ਅਲੱਗ-ਅਲੱਗ ਲਿਮਿਟੇਸ਼ਨ ਤੇ ਬਾਊਂਡਰੀ ਹੋਏਗੀ। ਇਸ ਗੱਲ ਕਰਨੀ, ਕਲੈਰੀਫਿਕੇਸ਼ਨ ਔਰ ਇੱਕ ਕਾਮਨ ਗਰਾਊਂਡ 'ਤੇ ਆਉਣਾ ਬਹੁਤ ਜ਼ਰੂਰੀ ਹੈ ਜੇ ਆਪੋਜ਼ਿਟ ਜੈਂਡਰ ਤੁਸੀਂ ਜਾ ਰਹੇ ਹੋ। ਜੀ, ਜਿਹੜੇ ਜੋੜੇ ਨੇ, ਕਪਲਸ ਨੇ, ਉਹਨਾਂ ਨੂੰ ਮਿਡਲ ਗਰਾਊਂਡ ਫਿਰ ਕਿਵੇਂ, ਮਤਲਬ ਉਹਨਾਂ ਦਾ ਇੰਟੀਮੇਟ ਪਾਰਟਨਰ ਰਿਲੇਸ਼ਨਸ਼ਿਪ ਵੀ ਸੋਹਣਾ ਚੱਲੇ ਤੇ ਬਤੌਰ ਫਰੈਂਡਸ ਵੀ ਤੁਸੀਂ ਇੱਕ ਦੂਜੇ ਨਾਲ ਸ਼ੇਅਰਿੰਗ ਕਰ ਸਕੋ, ਤਾਂ ਉਹ ਹੈਲਦੀ ਅਪਰੋਚ ਜਿਹੜੀ ਆਪਾਂ ਮਿਡਲ ਗਰਾਊਂਡ ਕਹਿੰਦੇ ਨੇ, ਉਹ ਹੈਲਦੀ ਕੁਝ ਕੈਰੈਕਟਰਿਸਟਿਕਸ ਹੈਗੀਆਂ ਕਿ ਹੈਲਦੀ ਹੈ ਜਦ ਇਹ ਤੁਸੀਂ ਨੈਚੁਰਲ ਇੱਕ ਅਟਰੈਕਸ਼ਨ ਫੀਲ ਕਰੋ ਆਪਣੇ ਪਾਰਟਨਰ ਦੇ ਲਈ ਕਿ ਇਹ ਮੇਰਾ ਪਾਰਟਨਰ ਇਟਸ ਨਾਟ ਫੋਰਸਡ, ਰਾਈਟ। ਦੋਨੋਂ ਜਣੇ ਤੁਸੀਂ ਉਹ ਕਲੋਜ਼ਨੈਸ ਮਹਿਸੂਸ ਕਰ ਸਕੋ ਇਨ ਰੋਮਾਂਟਿਕ ਰਿਲੇਸ਼ਨਸ਼ਿਪ ਐਜ਼ ਫਰੈਂਡਸ ਟੂ, ਰਾਈਟ। ਆਊਟਸਾਈਡ ਫਰੈਂਡਸ਼ਿਪ ਸਾਡੀਆਂ ਸਟਿਲ ਐਗਜ਼ਿਸਟ ਕਰਨ, ਇਹ ਨਹੀਂ ਕਿ ਤੁਸੀਂ ਬਿਲਕੁਲ ਕਲੋਜ਼ ਆਫ ਹੋ ਗਏ, ਰਾਈਟ। ਉਹ ਜਦ ਐਗਜ਼ਿਸਟ ਕਰਦੀਆਂ ਨੇ, your friendship can be healthy। ਔਰ ਲਾਸਟ ਹੈ ਆਈਡੈਂਟਿਟੀ ਦੀ ਗੱਲ ਜਿਹੜੀ ਅਸੀਂ ਕੀਤੀ ਕਿ ਉਹ ਆਈਡੈਂਟਿਟੀ ਆਪਾਂ ਆਪਣੀ ਮੇਨਟੇਨ ਕਰਕੇ ਰੱਖੀਏ। ਇੱਕ ਦੂਜੇ ਨੂੰ ਜਿਹੜਾ ਇਨਕਰੇਜ ਕਰਨਾ ਹੈ ਕਿ ਤੁਸੀਂ ਆਪਣੇ ਗੋਲਸ ਵੀ ਮੀਟ ਕਰੋ, ਚਾਹੇ ਉਹ ਪਰਸਨਲ ਹੋਣ ਚਾਹੇ ਉਹ ਪ੍ਰੋਫੈਸ਼ਨਲ ਹੋਣ। ਉਹ ਜਿਹੜਾ ਹੈ ਉਹ ਹੈਲਦੀ ਹੋ ਗਿਆ। ਅਨਹੈਲਦੀ ਹੋ ਜਾਂਦਾ ਹੈ ਜਦ ਇੱਕ ਪਾਰਟਨਰ ਫੀਲ ਕਰੇ ਕਿ ਬਈ ਮੈਂ ਬਹੁਤ ਪ੍ਰੈਸ਼ਰਡ ਹੈ ਸਾਰਾ ਕੁਝ ਕਰਨ ਲਈ ਇਸ ਰਿਲੇਸ਼ਨਸ਼ਿਪ, ਤਾਂ ਉਹ ਅਨਹੈਲਦੀ ਹੈ, ਉਹ ਰੈੱਡ ਫਲੈਗ ਹੋ ਗਿਆ। ਸੋਸ਼ਲ ਆਈਸੋਲੇਸ਼ਨ ਜੇ ਤੁਹਾਡੀ ਹੋ ਜਾਵੇ, ਉਹ ਰੈੱਡ ਫਲੈਗ ਹੋ ਗਿਆ। ਦੂਜਾ ਇਮੋਸ਼ਨਲ ਡਿਪੈਂਡੈਂਸ ਜੇ ਹੋ ਗਈ ਤਾਂ ਉਹ ਗਰੋਥ ਨਹੀਂ ਫਿਰ ਕਰਨ ਦਿੰਦਾ ਤੁਹਾਨੂੰ, ਚਾਹੇ ਉਹ ਇੰਡੀਵਿਜੂਅਲੀ ਹੋਵੇ, ਪ੍ਰੋਫੈਸ਼ਨਲੀ, ਪਰਸਨਲੀ, ਕਿਸੇ ਵੀ ਚੀਜ਼ 'ਚ ਹੋਵੇ। ਅਤੇ ਲਾਸਟ ਹੋ ਗਿਆ ਜੇ ਕੌਨਫਲਿਕਟ ਇੰਨਾ ਵੱਧ ਗਿਆ ਕਿ ਤੁਸੀਂ ਆਪਸ 'ਚ ਉਹਨੂੰ ਕੰਟੇਨ ਨਹੀਂ ਕਰ ਸਕਦੇ ਵਿਦਾਊਟ ਸੋਸ਼ਲ ਸਪੋਰਟ ਦੇ, ਤਾਂ ਉਹ ਇੱਕ ਅਨਹੈਲਦੀ ਚੀਜ਼ ਚੌਥੀ ਹੋ ਗਈ। ਤਾਂ ਹੈਲਦੀ ਰਿਲੇਸ਼ਨਸ਼ਿਪ ਲਈ ਇਹ ਹੈ ਕਿ ਤੁਸੀਂ ਇੰਡੀਵਿਜੁਅਲਿਟੀ ਆਪਣੀ ਮੇਨਟੇਨ ਕਰੋ, ਇਹ ਫੋਰਸਡ ਨਾ ਹੋਏ ਤੁਹਾਡੇ ਉੱਤੇ, ਔਰ ਤੁਸੀਂ ਸੋਸ਼ਲੀ ਆਈਸੋਲੇਟ ਨਾ ਹੋ। ਦੈਨ ਦਿਸ ਇਜ਼ ਯੋਰ ਬੈਸਟ
ਰੋਮਾਂਟਿਕ ਪਾਰਟਨਰ ਕੈਨ ਬੀ ਯੋਰ ਬੈਸਟ ਫਰੈਂਡ ਟੂ ਜੇ ਆਪਾਂ ਇਹ ਕੈਰੈਕਟਰਿਸਟਿਕ ਫੁੱਲਫਿਲ ਕਰ ਦਈਏ ਤਾਂ ਜੀ ਫਰੈਂਡ ਔਰ ਰੋਮਾਂਟਿਕ ਪਾਰਟਨਰ ਇੱਕੋ ਸ਼ਖਸ ਦੇ ਵਿੱਚ ਸਾਨੂੰ ਮਿਲ ਸਕਦੇ ਨੇ ਜਾਂ ਫਿਰ ਇਹ ਕਿ ਰਿਲੇਸ਼ਨਸ਼ਿਪ ਗੋਲਸ ਜਿਹੜੇ ਹੈ ਉਹ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਵੱਖਰੇ ਹੁੰਦੇ ਆ ਔਰ ਫਰੈਂਡਸ ਤੋਂ ਕੁਝ ਜਿਹੜੀਆਂ ਉਮੀਦਾਂ ਨੇ ਉਹ ਵੱਖਰੀਆਂ। ਅਸੀਂ ਦੋਹਾਂ ਨੂੰ ਹੀ ਸਮਝਣ ਦੀ ਕੋਸ਼ਿਸ਼ ਕੀਤੀ ਔਰ ਗਾਇਤਰੀ ਕੈਂਪਸ ਜੀ ਨੇ ਇਹਦੇ 'ਚ ਕਿਉਂਕਿ ਆਪ ਇਹ ਕਪਲਸ ਕਾਉਂਸਲਿੰਗ ਵੀ ਦਿੰਦੇ ਨੇ, ਬੈਟਰ ਅੰਡਰਸਟੈਂਡ ਕਰਦੇ ਆ, ਸੋ ਇਹਦੇ ਬਾਰੇ ਸਾਨੂੰ ਕਾਫੀ ਕੁਝ ਦੱਸਿਆ ਹੈ। ਜਿਹੜੇ ਹੁਣ ਰਿਲੇਸ਼ਨਸ਼ਿਪ ਨੂੰ ਸਟਰੋਂਗਰ ਬਣਾਉਣਾ ਚਾਹੁੰਦੇ ਆ ਸਾਡੇ ਸੁਣਨ ਵਾਲੇ ਕਿ ਹਾਂ ਸਾਨੂੰ ਇੱਕ ਦੂਸਰੇ ਦੇ ਵਾਸਤੇ ਅੰਡਰਸਟੈਂਡਿੰਗ ਬੈਟਰ ਬਣਾਉਣੀ ਚਾਹੀਦੀ ਹੈ, ਉਸ ਰਿਲੇਸ਼ਨਸ਼ਿਪ ਨੂੰ ਕਿਵੇਂ ਮਜ਼ਬੂਤ ਬਣਾਇਆ ਜਾ ਸਕਦਾ ਹੈ, ਦੱਸੋ। ਰਾਈਟ, ਤਾਂ ਇਹਦੇ 'ਚ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕੁਆਲਿਟੀ ਟਾਈਮ ਫਰੈਂਡਸ ਦੇ ਨਾਲ ਤੁਸੀਂ ਕੀ ਕਰਦੇ ਹੋ, ਚਾਹੇ 2 ਘੰਟੇ ਮਿਲੋ 3 ਘੰਟੇ ਮਿਲੋ, ਕੁਆਲਿਟੀ ਤੁਸੀਂ ਉਹਦੇ 'ਚ ਜਿੰਨਾ ਹੋ ਸਕੇ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਹੋ। ਸੱਚੀ ਸਾਡੀ ਤਾਂ ਹੀ ਨਹੀਂ ਮੁੱਕਦੀ ਰਾਈਟ, ਤਾਂ ਉਹ ਇੰਟੈਂਸ਼ਨਲ ਤਾਂ ਕਪਲਸ ਨੂੰ ਵੀ ਉਹ ਇੰਟੈਂਸ਼ਨਲ ਜਿਹੜਾ ਅਨਇੰਟਰਪਟਿਡ ਟਾਈਮ ਨਾਲ ਬਿਤਾਉਣ ਦੀ ਜ਼ਰੂਰਤ ਹੈ ਕਿਉਂਕਿ ਉਹਦੇ 'ਚ ਕਲੋਜ਼ਨੈਸ ਹੈ, ਇੱਕ ਦੂਜੇ ਦੀ ਦੁਨੀਆ 'ਚ ਤੁਸੀਂ ਇਨਵੋਲਵਡ ਹੁੰਦੇ ਹੋ ਰਾਦਰ ਦੈਨ ਉਹ ਬੱਚੇ ਨੂੰ ਉੱਥੋਂ ਪਿਕ ਕਰਨਾ ਹੈ, ਇਹ ਕਲਾਸ ਲੈ ਕੇ ਜਾਣਾ ਹੈ, ਤੁਸੀਂ ਆਪਸ 'ਚ ਆਪਣੀ ਗੱਲਬਾਤ ਉੱਥੇ ਕਰ ਸਕਦੇ ਹੋ। ਰਾਈਟ, ਫੋਨਾਂ ਤੋਂ ਬਿਨਾ ਯੈਸ ਅਨਇੰਟਰਪਟਿਡ, ਤਦੀ ਮੈਂ ਕਿਹਾ ਰਾਈਟ ਇਹ ਇਟ ਕੈਨ ਲੁੱਕ ਲਾਈਕ ਜੈਸੇ ਯੂ ਕੈਨ ਟਰਾਈ ਵੀਕਲੀ ਡੇਟ ਨਾਈਟਸ ਕਰਦੇ ਨੇ ਕਈ ਲੋਕ, ਹਾਂਜੀ ਹਾਂਜੀ, ਮੰਥਲੀ ਡੇਟ ਨਾਈਟਸ ਕਰਦੇ ਨੇ, ਡੇਲੀ ਚੈੱਕ ਇਨ ਆਪਸ 'ਚ ਬਹਿ ਕੇ ਕਰਨਾ ਇਹ ਜ਼ਰੂਰੀ ਹੈ, ਸ਼ੇਅਰਡ ਹੌਬੀਜ਼ ਔਰ ਜਾਂ ਕੋਈ ਰੂਟੀਨ ਬਣਾਉਣੀ ਜ਼ਰੂਰੀ ਹੈ, ਕੁਝ ਆਈਡੀਆਜ਼ ਉਹਦੇ ਲਈ ਹੈ ਕੁਆਲਿਟੀ ਟਾਈਮ, ਬਟ ਅਨਇੰਟਰਪਟਿਡ ਲਾਈਕ ਯੂ ਸੈਡ। ਜੇ ਆਪਾਂ ਉਹ ਆਪਣੇ ਫੋਨ ਤੇ ਤੁਸੀਂ ਆਪਣੇ ਫੋਨ ਤੇ ਹੋ, no connection, right? ਇਹ ਤਾਂ ਫਾਰਮੈਲਿਟੀ ਹੋ ਗਈ, ਹਾਂ ਕਰ ਲਿਆ, ਹਾਂ ਹੋ ਜੂ, ਕੱਲ ਲੈ ਆਵਾਂਗੇ, ਕੋਈ ਨਹੀਂ, ਹਾਂ ਠੀਕ ਹੈ, बिल्कुल ना फोन देखी जाते, टीवी चल रहा है या कुछ हो रहा है, तो दिस इज अ टाइम जहाँ आप इंटेंशनल हैं, जहाँ पे है कि हमें आपस में एक दूसरे के लिए ही समय निकालना है। प्रैक्टिसिंग जेन्युइन क्यूरियोसिटी, इंटरेस्ट दिखाना, क्यूरियोसिटी दिखानी, भाई मैं ये आपके बारे में जानना चाहता हूँ। जब डेटिंग कपल्स होते हैं कितने तरह के सवाल करते हैं, डू यू लाइक शुगरी ड्रिंक्स, ये आपको ये पसंद है, आपका कौन सा बैंड पसंद है, कौन सा कलर पसंद है, रात को जाग के पढ़ते हो या सुबह पढ़ते हो उठ के, कितनी हम क्यूरियोसिटी दिखाते हैं, पर क्या शादी के 5, 6, 7 आप दिखाते हैं ये क्यूरियोसिटी? नहीं, तो वो क्यूरियोसिटी दिखानी बहुत ज़रूरी है। ऐसे सवाल ना पूछें जिसका जवाब हाँ या क्या, अच्छा रहा आपका दिन, क्या कैसा रहा आपका दिन, हाँ ठीक, लेकिन उसको ओपन एंडेड क्वेश्चन जिसमें वो कुछ जवाब देने को स्कोप हो, ऐसे कोई सवाल उनसे पूछें। कोई नए टॉपिक्स के बारे में बात करें और एंथुजियाज्म, एक पैशन दिखाना ज़रूरी है, भाई मैं सुनना चाहती हूँ तुम्हें, मैं इंटरेस्टेड हूँ। कोई अपना काम के बारे में शेयर कर रहा है तो कोई उसमें से सवाल पूछें, सिर्फ हाँ हूँ ना दिखाएं हम, क्यूरियोसिटी जिसको हम कहते हैं, कौतूहल, उत्सुकता दिखानी ज़रूरी है ना। इमोशनल सेफ्टी एक दूसरे के लिए बनाएं कि जहाँ हम इमोशनली बिना, अगर मैं अपने पार्टनर को कुछ बता रही हूँ, अपने अंदर की बात कुछ शेयर कर रही हूँ, तो मुझे जज नहीं किया जाएगा, अरे कैसी सोच है इसकी, राइट। तो वो नॉन जजमेंटल प्रेजेंस बहुत ज़रूरी है इसके लिए। ये बताना पार्टनर को कि भाई तुम जैसे फील कर रहे हो ये ठीक भी है, ये नहीं कि ऐसा क्यों फील कर रहे हो, तुम्हें ऐसा क्यों महसूस करना चाहिए, ऐसा तो कुछ बात ही नहीं हुई, तो हम एकदम से मना कर रहे हैं कि भाई जैसे तुम्हें महसूस हो रहा है वो गलत है। तो वो एक इमोशनली आप अपने आप को सेफ्टी एक दूसरे को महसूस करवाएं, एक दूसरे की सक्सेस सेलिब्रेट करें, चाहे वो पर्सनल हो। हमारी बहुत सारी स्ट्रगल्स होती हैं डे टू डे लाइफ में, ज़रूरी नहीं है सिर्फ प्रोफेशनल ही हो, पर्सनल स्ट्रगल्स भी हैं। छोटी छोटी अचीवमेंट्स को एक दूसरे की इनकरेज करना, प्राइड दिखाना अपने पार्टनर में कि अरे आई एम रियली प्राउड ऑफ यू फॉर अचीविंग दिस। कहने का तरीका बहुत डिफरेंट है, एक पैट देना शोल्डर पे भी कई बार बहुत है, सही गल है, पर वो कहना बहुत ज़रूरी है, वो अफेक्शन बड़ा प्यारा होता है, बहुत प्यारा है। माइलस्टोन सेलिब्रेट साथ में करें, बर्थडेज, एनिवर्सरीज, किसी भी दिन, आज हमने ये घर खरीदा था, आज हमें घर देखने गए थे, ये सब आपके माइलस्टोन्स हैं एक साथ, तो वो सेलिब्रेट जरूर करें आपस में एक दूसरे की सक्सेस। ह्यूमर, रिसर्च शोज कि जो कपल्स आपस में हंस सकते हैं साथ में, अपनी बेवकूफ़ियों पे, मूर्खताओं पे हम हंस सकते हैं, अपनी गलतियों पे हम हंस सकते हैं, एक दूसरे की गलतियों पे हंस सकते हैं, दे स्टे टुगेदर फॉर, सही गल, बजाय कि उन्हें ईगो इशू समझा जाए, मेरा मजाक उड़ाता। बिल्कुल, कोई आपके कई बारी इनसाइड जोक्स होते हैं जो आप कोई कई बारी, जैसे मैं कई बारी फंबल कर लेती हूँ, मेरा टंग ट्विस्ट हो जाती है बोलते बोलते, तो हम इसका बहुत मजाक उड़ा लेते हैं आपस में ही। अपनी कोई मूवीज देखना साथ में, ह्यूमर की, इट्स अ फास्टेस्ट वे वो क्लोजनेस बनाने के लिए, इससे स्ट्रेस रिड्यूस होता है, तो वो तो है ही है। प्लेफुलनेस, एक आपका जो इनर चाइल्ड है, आपके अंदर का एक बच्चा है जो रिस्पॉन्सिबिलिटी से अवे है,
वो अलाइव रहता है। ये प्लेफुलनेस दिखाने में, गेम्स खेलने साथ में, सिली बनना, सिली बिलीज बनना जिसको हम कहते हैं, कोई लाइट हार्टेड एक्टिविटीज़ करना। कई बार हम इतने स्ट्रक्चर में इन्वॉल्व हो जाते हैं, और आज नहीं वो कर सकते, अभी तो मुझे ये करना है। तो आई अंडरस्टैंड, हम सब समझते हैं लाइफ इज़ वेरी बिजी, लेकिन कई बार वो फ्लेक्सिबिलिटी लाना कि भाई मेरा पार्टनर ये बहुत टाइम से चाह रहे हैं, ये बहुत टाइम से कह रहा है, लेट्स डू इट। तो वो एक फ्लेक्सिबिलिटी लाके, वो स्पॉन्टेनियस मोमेंट लाना बहुत ज़रूरी है, जो कि आपको क्लोज लेकर आता है। न्यू एक्सपीरियंसेस साथ में करना, एडवेंचर साथ में करना, हॉलीडेज, कपल्स जो अपनी मेमोरीज साथ में बनाते हैं लाइफ में टुगेदर, दे गो अ लॉन्ग वे। तो हॉलीडेज हो गया, ट्रैवलिंग हो गया, कोई क्लासेस साथ में लेना, कोई कॉन्सर्ट्स जाना साथ में, तो ये सब आपके न्यू एक्सपीरियंसेस क्रिएट करते हैं। हमारा ब्रेन एक्टिवेट होता है, सबसे बड़ी बात। ਆਪਣੀ ਐਕਸਟੈਂਡਡ ਫੈਮਿਲੀਜ਼ ਹੈ ਤੇ ਉਹਨਾਂ ਦੇ ਵੀ ਨਾਲ ਰਿਸਪੈਕਟ ਲੈ ਕੇ ਚੱਲਣਾ ਦੋਹਾਂ ਪਾਸਿਆਂ ਤੋਂ ਹੀ, ਬਿਲਕੁਲ ਉਹ ਵੀ ਬੜਾ ਇੰਪੋਰਟੈਂਟ ਹੈ ਕਿ ਟੇਕਿੰਗ ਕੇਅਰ ਆਫ ਈਚ ਅਦਰ ਹੈ ਜਿੱਥੇ ਉੱਥੇ ਹੀ ਈਚ ਅਦਰਸ ਫੈਮਿਲੀਜ਼ ਵੀ ਹੈ। बिल्कुल बिल्कुल, क्योंकि हमारे कल्चर में दैट्स अनदर थिंग कि आप सिर्फ पर्सन से मैरी नहीं कर रहे, आप फैमिली जो एक हमारे इसको कहते हैं हम हाई कॉन्टेक्स्ट कम्युनिकेशन की, जैसे वेस्टर्न कल्चर में क्या है कि लो कॉन्टेक्ट की, मतलब जो हम एक वर्ड्स यूज़ कर रहे हैं उसी का मीनिंग, चाहे सिचुएशन बदल जाए, चाहे लोग बदल जाए, चाहे बड़ा है छोटा है, सेम है। पर हमारे कल्चर में ऐसा नहीं है। हमारे कल्चर में वर्ड्स का मीनिंग डिपेंडिंग ऑन सिचुएशन चेंज होता है। एक्सपेक्ट जैसे कि कोई बीमार है, आप मुझे बताएं कि कुछ लेकर आना है, ये वेस्टर्न कल्चर का होगा, और जिसको हेल्प चाहिए होगी वो बता भी देंगे कि हाँ आप परसों का खाना आप ले आना हमारे लिए। लेकिन हमारे कल्चर में ऐसा नहीं है, पता है कि आपको कोई बीमार है तो लाना ही है, चाहे मैं कहूँ नहीं, राइट। तो वो जो एक अनसेड एक्सपेक्टेशंस होती हैं, आई थिंक अगर हम उनके बारे में भी बात कर सकें और एक कॉमन ग्राउंड पे आएँ, अगर हम एक प्लान ऑफ एक्शन आपस में बना सकें, तो वो एक स्ट्रेंथ रिलेशनशिप को ज़रूर देता है। अप्रिशिएशन इज हम कहते हैं कि इसको तो पता ही है, मैं इसको अप्रिशिएट करता हूँ, बट कहना बहुत ज़रूरी है। सेइंग थैंक यू, कॉम्प्लीमेंटिंग द पार्टनर्स एफर्ट, ये बहुत लव यू कहते रहना भी ज़रूरी है, वो भी ज़रूरी है। बिल्कुल, डेली अप्रिशिएशन एक वो वार्मथ रिलेशनशिप में लेकर आते हैं। और जैसे अभी हमने कहा, ओपनली कम्युनिकेशन करना, काइंड होना एक दूसरे के लिए, रिस्पेक्ट होना एक दूसरे के लिए, तो ये सब चीज़ें थोड़ी हमारी जो रिलेशनशिप को और फ्रेंडशिप में की तरफ थोड़ा लेकर जाती हैं। That's right, and I really wish the very best for all those who are listening। ਤੇ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਵੀ, ਗਾਇਤਰੀ ਐਂਡ ਆਈ ਲਵ ਯੂ ਆਲ ਜਿਹੜੇ ਸਾਨੂੰ ਸੁਣ ਰਹੇ ਆ ਇਸ ਵੇਲੇ, ਔਰ ਕੁਝ ਗੱਲਾਂ ਤੁਹਾਡੇ ਕੰਮ ਦੀਆਂ ਜੇਕਰ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਤਾਂ definitely you will see the beautiful change you're expecting in the relationship। ਜੇ ਫੀਲ ਕਰ ਰਹੇ ਸੀ ਕਿ ਅੱਛਾ ਸਪਾਰਕ ਥੋੜੀ ਘੱਟ ਹੈ, ਪਰ ਉਸੇ ਸਪਾਰਕ ਨੂੰ ਬਣਾ ਕੇ ਰੱਖਣਾ ਤੁਹਾਡੀ ਦੋਹਾਂ ਦੀ ਜ਼ਿੰਮੇਵਾਰੀ ਹੈ। ਸੋ ਇਹਦੇ ਨਾਲ ਹੀ ਗਾਇਤਰੀ ਲੈਣੇ ਆਈ ਇਜਾਜ਼ਤ। ਥੈਂਕ ਯੂ ਸੋ ਮਚ ਫॉर बीइंग। थैंक यू सो मच फॉर हैविंग मी हियर। थैंक्स।